ड्यूटियां छुट जान असीं छड्डांगे नहीं हुंज आप नहीं कहांगे कि असीं नहीं कीर्तन करते। पता है ना सानूं की कहना ये जी सत्ते बलवंडे वाले हालत हो गई। रणजीत सिंह जी गौर ने उन्होंने राखी नूं रिक्शा चलाउण तक दी नसीहत दे छड्डी जे तुहाडे कोल कीर्तन नहीं हुंदा ते। और समय समय के उत्ते असीं इन्हां दी ड्यूटी दे बाहर जाके 2-2 घंटे खलो के आ जांदे ने, ये बूहा नहीं खोलदे। जे उन्हें रिक्शे सानू फड़ा ही दिते है तो जाओ असीं रिक्शे टांगे वा के गुजारा कर लांगे। असीं इन्हां दी नींद नहीं जे मनणी। ते अज जिन्ने भी कथा करते हैं हैड ग्रंथी या जिन्ने भी ये उत्थे बैठ के करते हैं ये पीढ़े के उत्ते चढ़े होंगे ने, पीढ़े थले पर्चियां रखी होंदियां ने। 1992 तो कीर्तन करते आ रहे हैं। दरबार साहब अंदर कीर्तन करते हैं, कीर्तन चलदा शब्द बंद करके इन्होंने कहते दूजा शब्द पढ़। दूजा शब्द पढ़िया बाहर आके इन्होंने दर्शनी डोड़ी दे विच भरी सभा दे विच कहते तैनूं किहड़े कंजर ने कीर्तन सिखाया। हैड ग्रंथी होवे जां ग्रंथी होवे जां जहदार होवे आपां ऐदां करिए ते ओह अग्गों सानूं कोई इंसाफ ना देण, रसना भी माड़ी करन, फिर असीं मत्थे टेक लांगे। गल बार बार करते हैं बाबा बुढ़ा साहब की गद्दी की। बाबा बुढ़ा साहब जी ने कितने इतिहास के लिखा कि रागी ਸਿੰਘਾਂ ਨੂੰ ਗਾਲਾਂ ਕੱਢੀਆਂ, कितने लिखा कोई ਉਹਦੇ ਤੇ ਬੈਨ ਦੇ ਨਾਲ कोई बाबा बुढ़ा जी नहीं बन जाता। बाबा बुढ़ा जी वाले काम भी करने पैंदे। हरमंदर साहब का चलदा कीर्तन रोक रोक के अपमान किया कई बार, जिहड़ा नैट ते मौजूद है, मैं एक झूठ नहीं बोलिया। फिर उन्होंने रागी ਸਿੰਘਾਂ ਨੂੰ ਊਲ ਜਲੂਲ बाणी कह के कई बार उतों अपमान किया। अपना इन्हां दा जवाई जिहदे कोल जथेदारी दा ग्रेट भी नहीं हैगा, तबले वाला हो के अंदर कीर्तन करदा पिया। एक वार भी आन के मीडिया सामने वो बोलिया कि मैं सच्चा वा। एक वार मीडिया ने उन्होंने पूछा कि तुसीं क्यों नहीं दिंदे जवाब देण, अगर असीं झूठे हैं ना सानूं सजा ला दो। साडे एक मुंडा सीगा, मैनूं चेता आ गया, दरबार साहब दे अंदर सिर्फ ਉਹਦੇ ਦਾੜੀ ਕੱਟ ਸੀ, ठीक है, ते जथेदार नूं ਇਹ ਕਹਿ ਦਿੱਤਾ ਜਾਂਦਾ ਕਿਹੜੇ ਜਨਾਨੇ ਨੂੰ ਅੰਦਰ ਬਾ ਕੇ ਕੀਰਤਨ ਕਰਾ ਰਿਆ। हैड ग्रंथी जगतार सिंह ने झोलियां चैक कीतियां भी वेख के आओ इन्हां दा कोई फोन तो नहीं रखिया विच। साडे रागी ਸਿੰਘਾਂ ਦੀਆਂ ਪ੍ਰਕਰਮਾਂ 'ਚ ਦਾੜੀਆਂ ਚੈक ਕੀਤੀਆਂ ਜਾਂਦੀਆਂ। ਸਾਡੇ ਬੱਚੇ ਕਹਿਣ ਲੱਗੇ ਨੇ ਪਾਪਾ ਕਿਹੜੇ ਕੰਮ 'ਚ ਪੈ ਗਏ ਸੀ ਤੁਸੀਂ, ਇੰਨੀ ਬੇਇੱਜ਼ਤੀ। ਸਾਨੂੰ ਜਵਾਬ ਮਿਲ ਗਿਆ ਸੀ ਕੱਲ ਤੱਕ ਕਿ ਤੁਹਾਡਾ ਨਹੀਂ ਨਿਆਂ ਕਰ ਸਕਦੇ। ਸਾਨੂੰ ਜਵਾਬ ਮਿਲ ਗਿਆ ਹਰੇਕ ਬੰਨੇ ਤੋਂ। ਭਾਈ ਸ਼ਕੀਨ ਸਿੰਘ ਨੇ ਆਪਣੀ ਪੱਗ ਲਾ ਕੇ ਚਾਹੇਦਾਰਾਂ ਦੇ ਪੈਰਾਂ ਤੇ ਰੱਖੀ ਹੋਏ, ਇਦਾਂ ਨਾ ਕਰੋ, ਕੌਮ ਦੀ ਬਹੁਤ ਬਦਨਾਮੀ ਹੋ ਰਹੀ ਹੈ। ਸਾਡੀ ਡਿਊਟੀ ਰਵੇ ਜਾਂ ਨਾ ਰਵੇ, ਹੁਣ ਅਸੀਂ ਸੱਚ ਬੋਲ ਕੇ ਰਹਾਂਗੇ, ਰੋਟੀ ਤਾਂ ਰੱਬ ਨੇ ਦੇਣੀ ਹੈ। ਪਿਛਲੇ ਕੁਝ ਦਿਨਾਂ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀਆਂ ਤੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵਿਚਾਲੇ ਕਾਫੀ ਵਾਦ ਵਿਵਾਦ ਚੱਲਦਾ ਰਿਹਾ, ਜੋ ਹੁਣ ਮੀਡੀਆ ਵਿੱਚ ਵੀ ਆ ਚੁੱਕਾ ਹੈ। ਪਹਿਲਾਂ ਵੀ ਸ਼੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਕਈ ਸ਼ਬਦੀ ਹਮਲੇ ਕੀਤੇ ਗਏ, ਕਈ ਦੋਸ਼ ਲਾਏ ਗਏ ਸੀ। ਅਤੇ ਹੁਣ ਫੇਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਜੂਰੀ ਰਾਗੀ ਭਾਈ ਓਂਕਾਰ ਸਿੰਘ, ਹਜੂਰੀ ਰਾਗੀ ਭਾਈ ਜਗਦੇਵ ਸਿੰਘ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਉਹਨਾਂ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾ ਰਿਹਾ ਅਤੇ ਕੀਰਤਨ ਕਰਨ ਸਮੇਂ ਵੀ ਵਾਰ-ਵਾਰ ਟੋਕਿਆ ਜਾਂਦਾ ਹੈ। ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਸੀ, ਪਰ ਅਕਾਲ ਤਖਤ ਤੋਂ ਵੀ ਉਹਨਾਂ ਨੂੰ ਕੋਈ ਵੀ ਨਿਆਂ ਮਿਲਣ ਤੋਂ ਬਾਅਦ ਉਹਨਾਂ ਨੇ ਹੁਣ ਸੰਗਤ ਦੀ ਕਚਹਿਰੀ ਵਿੱਚ ਆਪਣੀ ਗੱਲ ਰੱਖੀ ਹੈ। ਉਹਨਾਂ ਕਿਹਾ ਕਿ ਹੁਣ ਹਾਲ ਇਹ ਹੋ ਚੁੱਕਿਆ ਹੈ ਕਿ ਦੂਸਰੇ ਤਖਤਾਂ ਦੇ ਜਥੇਦਾਰ ਵੀ ਉਹਨਾਂ ਨਾਲ ਗੱਲਾਂ ਕਰਨ ਲੱਗੇ ਨੇ ਤੇ ਉਹਨਾਂ ਨੂੰ ਕੀਰਤਨ ਛੱਡ ਕੇ ਰਿਕਸ਼ਾ ਚਲਾਉਣ ਦੀਆਂ ਸਲਾਹਾਂ ਦਿੱਤੀਆਂ ਜਾਣ ਲੱਗੀਆਂ ਨੇ। ਰਣਜੀਤ ਸਿੰਘ ਜੀ ਗੌਰ ਜਿਨ੍ਹਾਂ ਨੇ ਗਿਆਨੀ ਜਗਤਾਰ ਸਿੰਘ ਤੋਂ ਬਾਅਦ ਦੂਜੀ ਵਾਰ ਲਾਈਵ ਤੋਂ ਅਪਮਾਨ ਕੀਤਾ। ਪਹਿਲਾਂ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਹਰਮੰਦਰ ਸਾਹਿਬ ਦਾ ਚੱਲਦਾ ਕੀਰਤਨ ਰੋਕ ਰੋਕ ਕੇ ਅਪਮਾਨ ਕੀਤਾ ਕਈ ਵਾਰ, ਜਿਹੜਾ ਨੈਟ ਤੇ ਮੌਜੂਦ ਹੈ, ਮੈਂ ਇੱਕ ਤਾਂ ਝੂਠ ਨਹੀਂ ਬੋਲਿਆ, ਤੁਹਾਨੂੰ ਦੇ ਸਕਦਾ। ਫਿਰ ਉਹਨਾਂ ਨੇ ਰਾਗੀ ਸਿੰਘਾਂ ਨੂੰ ਊਲ ਜਲੂਲ ਬਾਣੀ ਕਹਿ ਕੇ ਕਈ ਵਾਰ
ਉੱਥੋਂ ਅਪਮਾਨ ਕੀਤਾ। ਪਰ ਇੱਥੇ ਲੋਕਾਂ ਨੂੰ ਲੱਗਾ ਹੋਊਗਾ ਕਿ ਰਾਗੀ ਵਾਕਿਆ ਗਲਤ ਨੇ। ਕਿਸੇ ਵੀ ਸੰਸਥਾ ਨੇ ਇਸ ਗੱਲ ਦੀ ਪੜਚੋਲ ਕਰਨ ਲਈ ਕਦੀ ਸਿੰਘ ਸਾਹਿਬ ਨੂੰ ਟੇਬਲ ਤੇ ਬਿਠਾ ਕੇ ਜਾਂ ਸੰਗਤ ਰੂਪ ਵਿੱਚ ਬਿਠਾ ਕੇ ਨਹੀਂ ਪੁੱਛਿਆ ਕਿ ਤੁਸੀਂ ਰਾਗੀ ਸਿੰਘਾਂ ਦੇ ਵੀ ਕੋਈ ਸਵਾਲ ਨੇ ਉਹਦੇ ਵੀ ਜਵਾਬ ਦੇ ਦਿਓ, ਕਿ ਤੁਸੀਂ ਇਕੱਲੇ ਹੀ ਆਪਣਾ ਮਤਲਬ ਗੱਲ ਕਹਿ ਕੇ ਤੇ ਆਪਣੇ ਸੁਖਰੂ ਹੋ ਜਾਓਗੇ। ਇਹ ਗੱਲ ਬਿਲਕੁਲ ਸਾਨੂੰ ਕਬੂਲ ਨਹੀਂ ਹੈ। ਅਸੀਂ ਜਦੋਂ ਵੀ ਕਿਸੇ ਨਾਲ ਕੋਈ ਇਸ ਮਸਲੇ 'ਤੇ ਗੱਲ ਕਰਨ ਗਏ ਹਾਂ ਤੇ ਸਾਡੀ ਇਕੱਲਿਆਂ ਦੀ ਗੱਲ ਸੁਣੀ ਜ਼ਰੂਰ ਗਈ ਹੈ, ਪਰ ਕਿਸੇ ਸਿੰਘ ਨੇ ਇਹ ਹਿੰਮਤ ਨਹੀਂ ਕੀਤੀ ਵੀ ਆਓ ਜੀ ਰਾਗੀ ਸਿੰਘੋ ਤੁਹਾਡੇ ਸਾਹਮਣੇ ਸਿੰਘ ਸਾਹਿਬ ਨੂੰ ਪਾਉਂਦੇ ਤੇ ਤੁਹਾਡਾ ਗੱਲ ਇੱਕ ਦੂਜੇ ਦੇ ਪ੍ਰਸ਼ਨ ਉੱਤਰ ਤੁਸੀਂ ਕਰੋ। ਅਸੀਂ ਅੱਜ ਵੀ ਕਹਿੰਦੇ ਹਾਂ ਸਾਡਾ ਉਂਝ ਕਿਸੇ ਨਾਲ ਵੈਰ ਨਹੀਂ ਹੈ, ਕਿਸੇ ਹੈਡ ਗ੍ਰੰਥੀ ਕਿਸੇ ਤਖਤ ਦੇ ਜਾਇਦਾਦ ਨਾਲ ਕੋਈ ਵੈਰ ਨਹੀਂ ਹੈ, ਪਰ ਜੇ ਉਹਨਾਂ ਨੇ ਸਾਨੂੰ ਕੁਝ ਕਹਿਣਾ ਤੇ ਉਹਨਾਂ ਨੂੰ ਸਾਡੀ ਗੱਲ ਸੁਣਨੀ ਵੀ ਚਾਹੀਦੀ ਹੈ। ਔਰ ਇਸ ਤਰ੍ਹਾਂ ਹੀ ਜਿਵੇਂ ਹੁਣ ਮੀਡੀਆ ਲੱਗਾ ਫਿਰ ਸੱਚ ਦਾ ਸੱਚ ਤੇ ਝੂਠ ਦਾ ਝੂਠ ਆ ਜਾਊਗਾ ਬਾਹਰ ਕਿ ਰਾਗੀ ਗਲਤ ਨੇ ਕਿ ਰਾਗੀ ਸਹੀ ਨੇ। ਅਗਰ ਹਾਂਜੀ ਪਹਿਲੇ ਦਿਨ ਤੇ ਕਹਿੰਦੇ ਆ ਜੀ ਕਿ ਅਸੀਂ ਮੀਡੀਆ 'ਚ ਗੱਲ ਨਹੀਂ ਲੈ ਕੇ ਆਣੀ, ਲੇਕਿਨ ਦੂਜੇ ਬੰਨੋਂ ਜਵਾਬ ਜਿਹੜੇ ਮੀਡੀਆ ਖਰੇ ਦਿੱਤੇ ਜਾਂਦੇ ਆ, ਜਿਸ ਤੋਂ ਬਾਅਦ ਹੁਣ ਤੁਹਾਨੂੰ ਮੀਡੀਆ ਦਾ ਸਹਾਰਾ ਲੈਣਾ ਪੈ ਜੀ। ਰਿਹਾ। ਇਹ ਬਿਲਕੁਲ ਤੁਸੀਂ ਦਰੁਸਤ ਕਹਿ ਰਹੇ ਹੋ। ਸਾਡੇ ਪ੍ਰਧਾਨ ਜੀ ਭਾਈ ਓਂਕਾਰ ਸਿੰਘ ਹੁਣਾਂ ਦਾ ਇਹ ਮਤ ਸੀ ਤੇ ਸਾਰੇ ਸਿੰਘਾਂ ਨੇ ਵੀ ਰਾਏ ਕੀਤੀ ਸੀ ਵੀ ਉਹ ਭਾਵੇਂ ਬੋਲ ਕੇ ਮੀਡੀਆ 'ਚ ਊਲ ਜਰੂਲ ਜਾਂ ਕਈ ਅਪਮਾਨ ਸ਼ਬਦ ਜਿਵੇਂ ਹੁਣ ਗਿਆਨੀ ਗੌਰ ਸਾਹਿਬ ਜਿਹੜੇ ਭਾਈ ਰਣਜੀਤ ਸਿੰਘ ਜੀ ਜਥੇਦਾਰ ਰਣਜੀਤ ਸਿੰਘ ਜੀ ਗੌਰ ਨੇ, ਉਹਨਾਂ ਨੇ ਰਾਖੀ ਨੂੰ ਰਿਕਸ਼ਾ ਚਲਾਉਣ ਤੱਕ ਦੀ ਵੀ ਨਸੀਹਤ ਦੇ ਛੱਡੀ। ਜੇ ਤੁਹਾਡੇ ਕੋਲ ਕੀਰਤਨ ਨਹੀਂ ਹੁੰਦਾ ਤੇ ਹੁੰਦਾ ਕਿਉਂ ਨਹੀਂ ਹੈ? ਤੁਸੀਂ ਕਰਨ ਨਹੀਂ ਦਿੰਦੇ ਸਾਨੂੰ ਕੀਰਤਨ। ਕੀਰਤਨ ਤੇ ਸਾਡੇ ਕੋਲ ਹੁੰਦਾ ਹੈ, ਤੁਸੀਂ ਸਾਨੂੰ ਕੀਰਤਨ ਕਰਦਿਆਂ ਨੂੰ ਰੋਕ ਦਿੰਦੇ ਹੋ। ਕਿੰਨੇ ਸਾਲਾਂ ਤੋਂ ਅਸੀਂ ਕੀਰਤਨ ਕਰ ਰਹੇ ਹਾਂ, ਸਾਡੀਆਂ ਮੈਂ ਕਿਹਾ 100 ਤਾਂ ਟੇਪਾਂ ਆ ਚੁੱਕੀਆਂ ਨੇ। ਉਹ ਕਹਿੰਦੇ 10 ਸ਼ਬਦ ਨਹੀਂ ਯਾਦ, ਮੈਂ ਕਹਿੰਦਾ ਜਿੰਨੀਆਂ ਟੇਪਾਂ ਆਈਆਂ ਉਹਨੇ ਤਾਂ ਯਾਦ ਹੈ ਨਾ ਸਾਨੂੰ। ਇਹਨਾਂ ਦਾ ਵੀ ਕਹਿਣਾ ਗੱਲ ਆਈ ਹੈ ਸਾਹਮਣੇ ਕਿ ਪੱਟਾਂ ਤੇ ਰੱਖ ਕੇ ਜਿਹੜਾ ਮੋਬਾਈਲ ਆ ਕੀਰਤਨ ਕਰਦੇ। ਭਾਜੀ ਇੱਕ ਬੇਨਤੀ ਕਰਾਂ, ਅਸੀਂ ਜਦੋਂ ਬਾਹਰ ਕੀਰਤਨ ਕਰਦੇ ਹਾਂ ਸਾਨੂੰ ਅਚਾਨਕ ਇਹਨਾਂ ਦਾ ਹੀ ਕੋਈ ਸਿੰਘ ਸਾਹਿਬ ਜਾਂ ਕੋਈ ਮੈਨੇਜਰ ਜਾਂ ਕੋਈ ਗੁਰਮੁਖ ਪਿਆਰਾ ਗੁਰੂ ਕਾ ਸਿੱਖ ਆ ਕੇ ਇੱਕਦਮ ਕੰਨ 'ਚ ਕਹਿ ਦੇਗਾ ਆਹ ਸ਼ਬਦ ਸੁਣਾਓ। ਜੇ ਸਾਨੂੰ ਨਹੀਂ ਆਉਂਦਾ ਹੋਏਗਾ ਤੇ ਫਿਰ ਉੱਥੇ ਅਗਰ ਵੇਖ ਕੇ ਪੜ੍ਹਿਆ ਜਾਊ ਤੇ ਕਿੱਥੇ ਲਿਖਿਆ ਵੀ ਤੁਸੀਂ ਵੇਖ ਕੇ ਪੜ੍ਹ ਹੀ ਨਹੀਂ ਸਕਦੇ? ਕੋਈ ਜੁਰਮ ਥੋੜੀ ਹੈ। ਅਸੀਂ ਹਰਿਮੰਦਰ ਸਾਹਿਬ ਤਾਂ ਨਹੀਂ ਵੇਖ ਕੇ ਪੜ੍ਹਦੇ, ਹਰਿਮੰਦਰ ਸਾਹਿਬ ਤਾਂ ਅਸੀਂ ਸਾਰਾ ਜ਼ਬਾਨੀ ਕਰਦੇ ਹਾਂ, ਆਸਾ ਵਾਰ ਅਸੀਂ ਜ਼ਬਾਨੀ ਲਾਉਣੇ। ਇਹ ਕਿੱਥੇ ਲਿਖਿਆ? ਜੁਰਮ ਕਿੱਥੇ ਆ? ਮੈਨੂੰ ਤਾਂ ਲੱਗਦਾ ਵੀ ਜਿੰਨੀ ਸ਼ੁੱਧ ਬਾਣੀ ਵੇਖ ਕੇ ਗਾਈ ਜਾ ਸਕਦੀ ਹੈ ਨਾ, ਜੇ ਬਾਹਰ ਆਪਾਂ ਤਖਤਾਂ ਤੋਂ ਬਾਹਰ ਦੀ ਗੱਲ ਕਰਾਂ ਤੇ ਫਿਰ ਉਨੀ ਸ਼ੁੱਧ ਜ਼ਬਾਨੀ ਵੀ ਨਹੀਂ ਪੜ੍ਹੀ ਜਾ ਸਕਦੀ। ਬੰਦੇ ਨੂੰ ਗਲਤ ਹੋ ਜੇ ਉਹ ਮਨਜ਼ੂਰ ਹੈ। ਚਲ ਤਖਤ ਤੇ ਜਾ ਕਿਤੇ ਆਪਾਂ ਜਿਹੜੇ ਜਿੰਨੇ ਵੀ ਦਰਬਾਰ ਸਾਹਿਬ ਦੇ ਰਾਗੀ ਆ, ਕੋਈ ਬੰਦਾ ਮੈਂ ਤੁਹਾਨੂੰ ਛੋਟੀ ਦਵਾਨਾ ਸਾਡਾ ਕੋਈ ਬੰਦਾ ਵੀ ਵੇਖ ਕੇ ਬਾਣੀ ਨਹੀਂ ਪੜ੍ਹਦਾ, ਪਰ ਸਾਡੇ ਅੰਦਰ ਦਰਬਾਰ ਸਾਹਿਬ ਕੀ ਕੁਛ ਹੋਇਆ ਮੈਂ ਤੁਹਾਨੂੰ ਰਾਗੀਆਂ ਦਾ ਬੋਲਿਆ ਹੋਇਆ ਪ੍ਰੂਫ ਦਿਖਾ ਸਕਦਾ। ਭਾਈ ਸਿੰਘ ਸਾਹਿਬ ਨੇ ਹੈਡ ਗ੍ਰੰਥੀ ਜਗਤਾਰ ਸਿੰਘ ਨੇ ਝੋਲੀਆਂ ਚੈੱਕ ਕੀਤੀਆਂ ਵੀ ਵੇਖ ਕੇ ਆਓ ਇਹਨਾਂ ਦਾ ਕੋਈ ਫੋਨ ਤਾਂ ਨਹੀਂ ਰੱਖਿਆ ਵਿੱਚ। ਸਾਡੇ ਰਾਗੀ ਸਿੰਘਾਂ ਦੀਆਂ ਪ੍ਰਕਰਮਾਂ 'ਚ ਦਾੜੀਆਂ ਐ ਚੈੱਕ ਕੀਤੀਆਂ ਜਾਂਦੀਆਂ, ਅੰਦਰ ਵੀ ਕੀਤੀਆਂ ਜਾਂਦੀਆਂ, ਅੰਦਰ ਵੀ ਕੀਤੀਆਂ। ਆ ਭਾਈ ਸਾਹਿਬ ਵੇਖੋ ਕਹਿ ਰਹੇ ਕਿ ਅੰਦਰ ਵੀ ਸਾਡੇ ਡਿਊਟੀ ਬੈਠਿਆ ਰਾਗੀ ਸਿੰਘਾਂ ਨੂੰ ਪੜਤਾੜਤ ਕੀਤਾ ਜਾਂਦਾ, ਉਹਨਾਂ ਦੀ ਕਦੇ ਕੁਛ ਕਦੇ ਕੁਛ ਕਦੇ ਕੁਛ। ਅਸੀਂ ਕੁਝ ਨਹੀਂ ਸੀ ਦੱਸਿਆ, ਇਹਨਾਂ ਦਾ ਮਤ ਸੀ ਕਿ ਆਪਾਂ ਨਹੀਂ ਦੱਸਣਾ, ਪਰ ਸਾਨੂੰ ਪਤਾ ਕੀ ਲੱਗਦਾ ਸਾਡੀ ਡਿਊਟੀ ਰਵੇ ਜਾਂ ਨਾ ਰਵੇ। ਹੁਣ ਅਸੀਂ ਸੱਚ ਬੋਲ ਕੇ ਰਹਾਂਗੇ, ਰੋਟੀ ਤਾਂ ਰੱਬ ਨੇ ਦੇਣੀ ਹੈ। ਤੁਹਾਨੂੰ ਇੰਨਾ ਬੇਇੱਜ਼ਤ ਕੀਤਾ ਜਾਂਦਾ ਸਿੰਘ ਸਾਹਿਬ ਵੱਲੋਂ, ਕੀ ਲੱਗਦਾ ਨਹੀਂ ਕਿ ਜਿਹੜੇ ਆਉਣ ਵਾਲੀ ਨੌਜਵਾਨ ਪੀੜ੍ਹੀ ਹੈ ਜਿਹੜੇ ਕੀਰਤਨ ਕਰਨਾ ਚਾਹੁੰਦੇ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ? ਹਾਂ ਜੀ, ਉਹ ਤਾਂ ਸਾਡੇ ਬੱਚੇ ਕਹਿਣ ਲੱਗੇ ਨੇ, ਉਹਨਾਂ ਵਾਸਤੇ ਬੋਲ ਰਹੇ ਹਾਂ, ਉਹਨਾਂ ਵਾਸਤੇ ਅਸੀਂ ਸਾਡੇ ਬੱਚੇ ਕਹਿਣ ਲੱਗੇ ਨੇ ਪਾਪਾ ਕਿਹੜੇ ਕੰਮ 'ਚ ਪੈ ਗਏ ਸੀ ਤੁਸੀਂ ਇੰਨੀ ਬੇਇੱਜ਼ਤੀ। ਹਮੇਸ਼ਾ ਹੀ ਇੱਕ ਰਾਗੀ ਜਦੋਂ ਰਾਗ ਬੋਲਦਾ ਆ ਹਮੇਸ਼ਾ ਅੱਖਾਂ ਦੇ ਵਿੱਚ ਅੱਖਰ ਹੁੰਦੇ ਆ। ਅੱਜ ਤੁਹਾਡੀਆਂ ਸਾਰਿਆਂ ਦੀ ਅੱਖਾਂ ਦੇ ਵਿੱਚ ਅੱਖਰ ਦੇਖਣ ਨੂੰ ਮਿਲੇਗੀ। ਲੱਗਦਾ ਹੈ ਕਿ ਬਹੁਤ ਜ਼ਿਆਦਾ ਕਰਤਾਰ ਕੀਤਾ ਜਾ ਰਿਹਾ ਬਾਰ-ਬਾਰ ਤੁਹਾਨੂੰ। ਭਾਜੀ ਉਂਝ ਅਸੀਂ ਇੰਨੇ ਕਮਜ਼ੋਰ ਨਹੀਂ ਆ ਵੀ ਰੋਈਏ, ਉਂਝ ਅਸੀਂ ਕਮਜ਼ੋਰ ਨਹੀਂ ਆ। ਕੀ ਕਰੀਏ, ਲੜਾਈ ਸਾਡੇ ਆਪਣੇ ਨਾਲ ਹੋ ਗਈ ਹੈ ਔਰ ਗੁਰੂ ਦਾ ਭੈ ਆ, ਔਰ ਅਸੀਂ ਅਜੇ ਵੀ ਇਸ ਅਹੁਦੇ ਦਾ ਸਤਿਕਾਰ ਕਰਦੇ ਆ, ਅਹੁਦੇ ਦਾ, ਕਿ ਸਾਨੂੰ ਆਪਣੀ ਰਸਨਾ ਤੋਂ ਕੀ ਬੋਲਣਾ ਪੈ ਰਿਹਾ, ਕਿਹਦੇ ਖਿਲਾਫ ਬੋਲਣਾ ਪੈ ਰਿਹਾ। ਇੰਨੇ ਦਿਨ ਤੋਂ ਅਸੀਂ ਇੰਨੀ ਟੈਨਸ਼ਨ 'ਚ ਨਾ ਨਿਤਨੇਮ ਹੁੰਦਾ ਪਿਆ, ਬਾਣੀ ਪੜ੍ਹੀ ਜਾਂਦੀ ਹੈ, ਇੱਕੋ ਹੀ ਗੱਲ ਦਿਮਾਗ 'ਚ ਚੱਲੀ ਜਾਂਦੀ ਹੈ, ਐਂ ਹੋ ਜੂ ਉਹ ਹੋ ਜੂ ਐਂ ਹੋ ਜੂ। ਇੱਕ ਵਾਰ ਵੀ ਆਣ ਕੇ ਮੀਡੀਆ ਸਾਹਮਣੇ ਉਹ ਬੋਲਿਆ ਕਿ ਮੈਂ ਸੱਚਾ ਵਾਂ? ਇੱਕ ਵਾਰ ਮੀਡੀਆ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਨਹੀਂ ਦਿੰਦੇ ਜਵਾਬ? ਦੇਣ ਅਗਰ ਅਸੀਂ ਝੂਠੇ ਆ ਨਾ ਸਾਨੂੰ ਸਜ਼ਾ ਲਾ ਦਿਓ। ਨਹੀਂ ਅਸੀਂ ਪੁੱਛਿਆ ਸੀਗਾ ਜੀ, ਫੋਨ ਕੀਤਾ ਕਿ ਦਾ ਕੋਈ ਵੀ ਰਿਪਲਾਈ ਨਹੀਂ ਸਾਨੂੰ ਦੁਬਾਰਾ ਦਿੱਤਾ। ਸਾਡੀ ਕੋਸ਼ਿਸ਼ ਸੀਗੀ ਉਹਨਾਂ ਨਾਲ ਕਰੀ ਗੱਲ ਕਰਨ ਦੀ, ਪਰ ਉਹਨਾਂ ਨੇ ਨਹੀਂ ਦਿੱਤਾ। ਲੇਕਿਨ ਕਿਆ ਲੱਗਦਾ ਕਿ ਜਿਸ ਤਰ੍ਹਾਂ ਤੁਹਾਨੂੰ ਅੱਜ ਰਾਗ ਪੜ੍ਹਨ ਤੋਂ ਕਿਹਾ ਜਾ ਰਿਹਾ ਕਿ ਨਹੀਂ, ਤੋਂ ਰਾਗ ਪੜ੍ਹਿਆ ਜਾ ਰਿਹਾ। ਇੱਕ ਮਿੰਟ ਮੈਂ ਤੁਹਾਡੀ ਇੱਥੇ ਗੱਲ ਰੋਕਣ ਲੱਗਾ। ਉਹ ਅਕਾਲ ਚੈਨਲ ਵਾਲੇ ਨੇ ਮੂੰਹ ਤੇ ਖਲੋਤਾ ਭਾਈ ਤੇਜਿੰਦਰ ਸਿੰਘ, ਹੈੱਡ ਗ੍ਰੰਥੀ ਜਗਤਾਰ ਸਿੰਘ ਨੇ ਪ੍ਰਕਰਮਾਂ 'ਚ ਇਹਨਾਂ ਨੇ ਉਹਨਾਂ ਨੂੰ ਪੁੱਛਿਆ ਕਿ ਸਿੰਘ ਸਾਹਿਬ ਜੀ ਇੱਦਾਂ ਬਾਹਰ ਗੱਲ ਹੋ ਰਹੀ ਹੈ, ਕੋਈ ਤੁਹਾਡਾ ਪੱਖ ਵੀ ਅਸੀਂ ਜਾਣਨਾ ਤੇ ਕਦੋਂ ਮਿਲ ਗਏ?
ਤੈਨੂੰ ਪਤਾ ਕੀ ਆਖਿਆ ਸੀ ਤੇਜਿੰਦਰ ਸਿੰਘ ਮੂੰਹ ਤੇ ਬੈਠਾ, ਕਹਿੰਦਾ 5 ਕਰੋੜ ਦਾ ਜੁਰਮਾਨਾ ਲਾਉਣਾ ਤੈਨੂੰ ਮੈਂ, ਤੂੰ ਮੈਨੂੰ ਸਵਾਲ ਕਰਦਾ ਆਣ ਕੇ। ਅਕਾਲ ਚੈਨਲ ਵਾਲੇ ਪੁੱਛੋ ਤੇਜਿੰਦਰ ਸਿੰਘ, ਜੇ ਉਹ ਝੂਠ ਬੋਲਦਾ ਤਾਂ ਮੈਨੂੰ ਦੱਸੋ। ਸਾਰਿਆਂ ਨੂੰ ਮੋਸਟਲੀ ਸਾਰੇ ਕਹਿੰਦੇ ਔਰ ਇਹ ਗੱਲਾਂ ਜਿਹੜੀਆਂ ਨਾ ਸਾਨੂੰ ਬਰਦਾਸ਼ਤ ਨਹੀਂ ਹੋ ਰਹੀਆਂ ਕਿ ਕੀ ਹੈੱਡ ਗ੍ਰੰਥੀ ਹੋਵੇ ਜਾਂ ਗ੍ਰੰਥੀ ਹੋਵੇ ਜਾਂ ਜਹੇਦਾਰ ਹੋਵੇ, ਆਪਾਂ ਐਦਾਂ ਕਰੀਏ ਤੇ ਉਹ ਅੱਗੋਂ ਸਾਨੂੰ ਕੋਈ ਇਨਸਾਫ ਨਾ ਦੇਣ, ਰਸਨਾ ਵੀ ਮਾੜੀ ਕਰਨ, ਫਿਰ ਅਸੀਂ ਮੱਥੇ ਟੇਕ ਲਾਂਗੇ। ਧਮਕੀਆਂ ਦੇਣ ਵੀ ਤੁਹਾਡੇ ਤੇ 5 ਕਰੋੜ ਦੇ ਜੁਰਮਾਨੇ ਲਾਉਣੇ, ਤੁਹਾਨੂੰ ਇਹ ਕਰ ਦਾਂਗੇ, ਮੈਨੂੰ ਤਾਂ ਨਹੀਂ ਮਨਜ਼ੂਰ ਆ, ਮੇਰੇ ਭਾਈਚਾਰੇ ਕਿਸੇ ਨੂੰ ਨਹੀਂ ਮਨਜ਼ੂਰ। ਕਿਆ ਲੱਗਦਾ ਜੀ ਕੱਲ ਨੂੰ ਕਹਿ ਸਕਦੇ ਕਿ ਗੁਰੂ ਗ੍ਰੰਥ ਸਾਹਿਬ ਕੱਲ ਪੜ੍ਹ ਉਹਨੂੰ ਇੱਕ ਵੀ ਨਹੀਂ ਪੜ੍ਹਨਾ ਲੱਗ ਕੀਤਾ ਜਾ ਸਕਦਾ? ਮੈਂ ਕਿਹਾ ਜੀ ਹੁਣ ਮੈਂ ਇੱਕ ਗੱਲ ਰੱਖਣ ਲੱਗਾ ਤੁਹਾਡੇ ਮਾਧਿਅਮ ਰਾਹੀਂ। ਗਿਆਨੀ ਮਸਕੀਨ ਜੀ ਕਥਾ ਕਰਦੇ ਸੀ ਨਾ, ਭਾਜੀ ਐਨੂੰ ਧਿਆਨ ਕਰਿਓ, ਗਿਆਨੀ ਮਸਕੀਨ ਜੀ ਕਥਾ ਕਰਦੇ ਸੀ, ਤੁਸੀਂ ਫਾਸਲਾ ਵੇਖਿਆ ਸੀ ਮਹਾਰਾਜ ਦੀ ਹਜ਼ੂਰੀ ਤੋਂ ਕਿੰਨੀ ਦੂਰ ਬੈਠਦੇ ਸੀ। ਤੇ ਅੱਜ ਜਿੰਨੇ ਵੀ ਕਥਾ ਕਰਦੇ ਨੇ ਹੈੱਡ ਗ੍ਰੰਥੀ ਜਾਂ ਜਿੰਨੇ ਵੀ ਇਹ ਉੱਥੇ ਬੈਠ ਕੇ ਕਰਦੇ ਨੇ, ਇਹ ਪੀੜੇ ਦੇ ਉੱਤੇ ਚੜੇ ਹੁੰਦੇ ਨੇ, ਪੀੜੇ ਥੱਲੇ ਪਰਚੀਆਂ ਰੱਖੀਆਂ ਹੁੰਦੀਆਂ ਨੇ, ਸਾਨੂੰ ਪਤਾ ਨਹੀਂ ਹੈ। ਮੈਂ ਜੇ ਉਹਨਾਂ ਦੇ ਨਾਮ ਜਾਣ ਕੇ ਜਨਤਕ ਨਹੀਂ ਕਰ ਰਿਹਾ ਕਿੰਨੇ ਕਿੰਨੇ ਰੱਖੀਆਂ, ਕਿਉਂਕਿ ਜਦੋਂ ਕਿਤੇ ਵੇਲਾ ਆਊਗਾ ਮੈਂ ਦੱਸਾਂਗਾ। ਅਸੀਂ ਰਿਕਾਰਡਿੰਗਾਂ ਰੱਖੀਆਂ ਇਹਨਾਂ ਦੀਆਂ ਵੀ ਆਪ ਇਹ ਪੀੜੇ ਥੱਲਿਓਂ ਵੇਖ ਕੇ ਪੜ੍ਹਦੇ ਨੇ ਤੇ ਪੀੜੇ ਤੇ ਮਸਕੀਨ ਸਾਹਿਬ ਦੇ, ਜੇ ਤੁਸੀਂ ਗੌਰੇ ਮਸਕੀਨ ਨਾਮ ਲਵਾਇਆ ਤੇ ਤੁਸੀਂ ਮਸਕੀਨ ਸਾਹਿਬ ਦੇ ਤੁਸੀਂ ਬੜੇ ਪਾਤਰ ਬਣਦੇ ਹੋ। ਤੇ ਤੁਸੀਂ ਮਸਕੀਨ ਸਾਹਿਬ ਜਿੰਨੀ ਦੂਰੀ ਤੇ ਬਹਿ ਕੇ ਕਥਾ ਕਰਕੇ ਵਿਖਾਓ, ਤੁਹਾਨੂੰ ਤੇ 2 ਮਿੰਟ 'ਚ ਪੰਕਤੀ ਭੁੱਲ ਜਾਂਦੀ ਹੈ। ਕਿਉਂ ਉੱਤੇ ਚੜ੍ਹਦੇ ਹੋ ਪੀੜੇ ਦੇ, ਕਿਉਂ ਲਾ ਕੇ ਬੈਂਦੇ ਹੋ? ਕਿਉਂਕਿ ਇਹਨਾਂ ਨੇ ਗੁਪਤ ਤੌਰ ਤੇ ਥੱਲੇ ਪਰਚੀ ਵੇਖ ਕੇ ਪੜ੍ਹ ਕੇ ਵੇਖ ਕੇ ਕਥਾ ਕਰਦੇ ਨੇ। ਇਨ ਫਿਊਚਰ ਹੁਣ ਕੀ ਰਹੇਗਾ ਜੀ ਜੇ ਤੁਹਾਡੀਆਂ ਨਹੀਂ? ਵੇਖੋ ਜੀ, ਆ ਤੁਹਾਨੂੰ ਸਾਰੇ ਭਾਈਚਾਰੇ ਨੇ ਦੱਸਿਆ, ਡਿਊਟੀਆਂ ਛੁੱਟ ਜਾਣ ਅਸੀਂ ਛੱਡਾਂਗੇ ਨਹੀਂ, ਉਂਝ ਆਪ ਨਹੀਂ ਕਵਾਂਗੇ ਕਿ ਅਸੀਂ ਨਹੀਂ ਕੀਰਤਨ ਕਰਦੇ। ਪਤਾ ਇਹਨਾਂ ਸਾਨੂੰ ਕੀ ਕਹਿਣਾ, ਇਹ ਜੀ ਸੱਤੇ ਬਲਵੰਡੇ ਵਾਲੇ ਹਾਲਤ ਹੋ ਗਈ। ਇਹਨਾਂ ਨੇ ਸਾਨੂੰ ਹੁਣ ਵੀ ਇਹ ਨਹੀਂ ਇਹਨਾਂ ਦੱਸਣਾ ਵੀ ਭਾਈ ਸੱਤਾ ਬਲਵੰਡਾ ਬਖਸ਼ੇ ਗਏ ਸੀ ਤੇ ਉਹ ਗੁਰੂ ਗ੍ਰੰਥ ਸਾਹਿਬ 'ਚ ਬੈਠੇ ਹੋਏ ਨੇ, ਉਹਨਾਂ ਨੂੰ ਮੱਥੇ ਟੇਕ ਰਹੇ ਨੇ। ਇਹਨਾਂ ਨੇ ਕਹਿਣਾ ਆ ਜਿੰਨੇ ਰਾਗੀ ਹੈ ਨਾ ਇਹ ਭਾਈ ਸੱਤੇ ਬਲਵੰਡੇ ਨੂੰ ਹੰਕਾਰੇ ਗਏ ਨੇ, ਤਾਂ ਕਹਿ ਦਿਓ ਕੀ ਹੋ ਜਾਏਗਾ, ਕਹਿ ਦਿਓ ਫਿਰ। ਓਏ ਅਸੀਂ ਤਾਂ ਹੱਥ ਜੋੜ ਕੇ ਤੁਹਾਡੇ ਅੱਗੇ ਅਸੀਂ ਲੰਮੇ ਪੈ ਕੇ ਤੁਹਾਨੂੰ ਡੰਡੌਤਾ ਕਰਦੇ ਰਹੇ ਹਾਂ ਕਿ ਸਾਨੂੰ ਤੁਸੀਂ ਨਾ ਇੰਨਾ ਦਬਾਓ ਕਿ ਤੁਹਾਡਾ ਡਰ ਖਤਮ ਹੋ ਜਾਏ। ਜਦੋਂ ਤੁਹਾਡੀ ਮੀਟਿੰਗ ਹੋਈ ਸੀ ਕੋਈ ਉੱਥੇ ਕੋਈ ਗੱਲਬਾਤ ਹੋਈ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਣਾ ਨਾ ਕੋਈ ਕਿ ਉਹਨਾਂ ਨੂੰ ਸੱਦਿਆ ਹੀ ਜਾਵੇ, ਇੱਕ ਵਾਰੀ ਬੁਲਾਇਆ ਜਾਵੇ ਜਾਂ ਤਾਂ ਜੋ ਕਿ ਕੋਈ ਨਾ ਕੋਈ ਦੁੱਧਾ ਦੁੱਧ ਪੜਦਾ ਪੜ। ਇਹ ਭਾਈ ਸ਼ਕੀਨ ਸਿੰਘ ਨੇ ਤੁਹਾਡੇ ਸਾਹਮਣੇ ਗੱਲ ਰੱਖਣੀ ਆ, ਮੈਂ ਤੇ ਅਜੇ ਕੀ ਰੱਖਣੀ। ਕਿੱਥੇ ਭਾਈ ਸ਼ਕੀਨ ਸਿੰਘ ਜੀ? ਭਾਈ ਸ਼ਕੀਨ ਸਿੰਘ ਜੀ ਨੇ ਵਾਸਤਾ ਪਾਇਆ। ਭਾਈ ਸ਼ਕੀਨ ਸਿੰਘ ਜੀ ਨੇ ਜਦੋਂ ਸਾਨੂੰ ਜਵਾਬ ਮਿਲ ਗਿਆ ਸੀ ਕੱਲ੍ਹ ਤੱਕ ਤੋਂ ਕਿ ਤੁਹਾਡਾ ਨਹੀਂ ਨਿਆਂ ਹੀ ਕਰ ਸਕਦੇ, ਸਾਨੂੰ ਜਵਾਬ ਮਿਲ ਗਿਆ ਹਰੇਕ ਬੰਨੇ ਤੋਂ। ਭਾਈ ਸ਼ਕੀਨ ਸਿੰਘ ਨੇ ਆਪਣੀ ਪੱਗ ਲਾ ਕੇ ਜਥੇਦਾਰਾਂ ਦੇ ਪੈਰਾਂ ਤੇ ਰੱਖੀ ਹੋਏ, ਇੱਦਾਂ ਨਾ ਕਰੋ, ਕੌਮ ਦੀ ਬਹੁਤ ਬਦਨਾਮੀ ਹੋ ਰਹੀ ਹੈ। ਲੋਕਾਂ ਨੇ ਸਾਨੂੰ ਜੀਣ ਨਹੀਂ ਦੇਣਾ, ਲੋਕਾਂ ਨੇ ਸਾਨੂੰ ਆਖਣਾ ਕਿ ਤੁਹਾਨੂੰ ਵੀ ਨਹੀਂ ਮਿਲਿਆ ਇਨਸਾਫ। ਤੇ ਇੱਕ ਬੰਨੇ ਤੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਉਪਾਧੀ ਬਹੁਤ ਉੱਚੀ ਕਰੀ ਜਾਂਦੀ, ਕਹਿੰਦੇ ਬਹੁਤ ਸੋਹਣੇ ਜਿਹੜੇ ਇਨੀਸ਼ੀਏਟਿਵ ਲਿੱਤੇ ਜਾ ਰਹੇ, ਤੁਹਾਡੇ ਵਾਲੀ ਕਿਉਂ ਹੈ? ਭਾਜੀ ਹੁਣ ਅਸੀਂ ਸੁਪਰੀਮ ਅਕਾਲ ਤਖਤ ਕਹਿੰਦੇ ਆ, ਚਲੋ ਮੈਂ ਗਲਤ ਵੀ ਹੋ ਸਕਦਾ, ਸੁਪਰੀਮ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਨੇ। ਦੇਖੋ ਐਜ ਏ ਸਿੱਖ ਵੀ ਨਹੀਂ ਕਿਸੇ ਨੂੰ ਅਕਾਲ ਤਖਤ ਸਾਹਿਬ ਤੇ ਬੁਲਾ ਕੇ ਇੰਨੀ ਗੱਲ, ਚਲੋ ਆਪਾਂ ਮੀਡੀਆ 'ਚ ਵੀ ਨਾ ਦੱਸਦੇ, ਇੱਕ ਸਿੱਖ ਵਜੋਂ ਵੀ ਹੈੱਡ ਗ੍ਰੰਥੀ ਨੂੰ ਬੁਲਾ ਕੇ ਨਹੀਂ ਪੁੱਛਿਆ ਗਿਆ ਭਾਈ ਤੂੰ ਇਹ ਰਾਗੀ ਤੇਰੇ ਤੇ ਇਲਜ਼ਾਮ ਲਾ ਰਹੇ ਨੇ, ਇਹਦਾ ਕੀ ਜਵਾਬ ਹੈ ਤੁਹਾਡੇ ਕੋਲ? ਕਿਆ ਇੱਦਾਂ ਵੀ ਨਹੀਂ ਹੋ ਸਕਦਾ? ਹੁਣ ਕਿੰਨੇ ਦਿਨ ਹੋ ਗਏ ਆ ਗਿਆਨੀ ਰਣਜੀਤ ਸਿੰਘ ਜੀ ਗੌਰ ਮਸਕੀਨ ਨੂੰ ਕਿ ਉਹਨਾਂ ਨੂੰ ਇੱਕ ਕਿਸੇ ਸਿੰਘ ਸਾਹਿਬ ਨੇ ਲੈਟਰ ਕੱਢੀ, ਸਾਡੇ ਕੋਲ ਤਾਂ ਸਬੂਤ ਮੰਗਦੇ ਸੀਗੇ ਕਿ ਉਹਨਾਂ ਕੋਲ ਸਬੂਤ ਮੰਗਿਆ ਕਿ ਉਹਨਾਂ ਨੂੰ ਕਿਹਾ ਵੀ ਤੂੰ ਗਲਤ ਬੋਲਿਆ, ਕਿ ਹੁਣ ਉਹ ਮਾਫੀ ਮੰਗਣਗੇ? ਕਿਸੇ ਨੇ ਮਾਫੀ ਨਹੀਂ ਮੰਗਣੀ। ਇਹਨਾਂ ਨੇ ਇੱਕ ਰਾਗੀ ਆ ਜਿਹਨੂੰ ਇਹਨਾਂ ਨੇ ਉੱਥੇ ਕਥਾ ਸਥਾਨ ਤੋਂ ਵੀ ਕਹਿ ਕੇ ਕਹਿਤਾ ਸੀ ਕਿ ਮੈਂ ਜੀ ਉਹਨੂੰ ਟੋਕਿਆ ਤੇ ਉਹ ਆਣ ਕੇ ਮੇਰੇ ਕਮਰੇ 'ਚ ਮਾਫੀ ਮੰਗਿਆ। ਉਹ ਰਾਗੀ ਤਾਂ ਫਿਰ ਵੀ ਮੰਗਿਆ ਸੀ। ਤੁਸੀਂ ਕਦੀ ਮੰਗੋਗੇ? ਕੌਮ ਤੁਹਾਨੂੰ ਅੱਜ ਕਹਿੰਦੀ ਹੈ ਅਸੀਂ ਕੌਮ ਦਾ ਹਿੱਸਾ ਵਾਂ, ਅਸੀਂ ਕੀਰਤਨੀਏ ਹਾਂ, ਅਸੀਂ ਸਾਰੀ ਉਮਰ ਆਪਣੀ ਦਿੱਤੀ ਹੈ ਕੀਰਤਨ ਨੂੰ। ਕੀ ਕੋਈ ਬੰਦਾ ਬੋਲੇਗਾ ਕਿ ਆ ਭਾਈ ਜਬਰਤੋੜ ਸਿੰਘ ਆ 3 ਸਾਲ ਤੋਂ ਇਹਨੂੰ ਡਿਊਟੀ ਨਹੀਂ ਕਰਨ ਦਿੱਤੀ ਦਰਬਾਰ ਸਾਹਿਬ ਹਾਜ਼ਰੀ? ਦੱਸੋ ਜਬਰਤੋੜ ਸਿੰਘ ਨੇ ਇਹਨਾਂ ਬੱਜਰ ਗੁਨਾਹ ਕੀਤਾ, ਇਹਨੂੰ ਸਜ਼ਾ ਲਾਓ, ਜੋ ਮਰਜ਼ੀ ਕਰੋ। ਭਾਈ ਹਰਜੀਤ ਸਿੰਘ ਆ, ਭਾਈ ਬਿਕਰਮਜੀਤ ਸਿੰਘ ਆ, ਕਿੰਨੇ ਰਾਗੀ ਆ ਅੰਦਰ 3-3 ਸਾਲ ਤੋਂ ਘੁੰਮ ਰਹੇ ਆ, ਉਹਨਾਂ ਨੂੰ ਡਿਊਟੀਆਂ ਨਹੀਂ ਮਿਲਦੀਆਂ ਪਈਆਂ। ਪਰ ਜਿਨ੍ਹਾਂ ਨੂੰ ਡਿਊਟੀਆਂ ਮਿਲ ਰਹੀਆਂ, ਹੁਣ ਮੈਂ ਕੀ ਗੱਲ ਕਰਾਂ, ਮੈਂ ਤਾਂ ਭਾਈਚਾਰਾ ਹੀ ਕਹਾਂ ਸਾਡਾ, ਪਰ ਕਿੱਦਾਂ ਡਿਊਟੀਆਂ ਮਿਲ ਰਹੀਆਂ ਸਭ ਲੋਕਾਂ ਨੂੰ ਪਤਾ ਹੈ। ਮੈਨੂੰ ਅਸੀਂ ਹੁਣ ਤਾਂ ਬੋਲੇ ਆ, ਅੱਗੇ ਹੁੰਦੀ ਸੀ ਡਿਊਟੀ ਦੀ ਭਰਾ ਯਾਰ ਤਨਖਾਹ ਲੈਣੀ ਆ, ਅਸੀਂ ਜੇ ਉਹਨਾਂ ਰਿਕਸ਼ੇ ਸਾਨੂੰ ਫੜਾ ਹੀ ਦਿੱਤੇ ਆ ਤੇ ਜਾਓ ਅਸੀਂ ਰਿਕਸ਼ੇ ਟਾਂਗੇ ਵਾ ਕੇ ਗੁਜ਼ਾਰਾ ਕਰ ਲਾਂਗੇ। ਅਸੀਂ ਇਹਨਾਂ ਦੀ ਈਨ ਨਹੀਂ ਜੇ ਮੰਨਣੀ, ਗਲਤ ਨਹੀਂ ਜੇ ਅਸੀਂ ਇਹਨਾਂ ਦਾ ਇੱਕ ਵਚਨ ਵੀ ਮੰਨਣਾ ਜੀ। ਮੈਂ ਬਾਰ-ਬਾਰ ਹੁਣ ਕਿਉਂਕਿ ਗੱਲਾਂ ਕਰ ਕਰਕੇ ਸਾਡੇ ਬਾਰ-ਬਾਰ ਹਿਰਦੇ ਦੁਖਦੇ ਨੇ। ਤੁਸੀਂ ਦੇਖਿਆ ਭਾਈ ਸਾਹਿਬ ਦੀਆਂ ਵੀ ਅੱਖਾਂ 'ਚ ਅਥਰੂ ਆਏ ਤੇ ਪਹਿਲਾਂ ਭਾਈ ਸ਼ਕੀਨ ਸਿੰਘ ਹੋਰਾਂ ਦੇ ਵੀ ਅੱਖਾਂ ਦੇ ਵਿੱਚ 2 ਵਾਰੀ ਅਥਰੂ ਆਏ ਜਿੱਥੇ ਵੀ ਗੱਲ ਹੁੰਦੀ ਰਹੀ।
ਹੁਣ ਸਾਡੇ ਤੇ ਅਥਰੂ ਵੀ ਸੁੱਕ ਚੱਲੇ ਨੇ ਰੋ ਰੋ ਕੇ ਇਹ ਕਿੱਥੇ ਜਾ ਕੇ ਇਸ ਗੱਲ ਦਾ ਨਿਬੇੜਾ ਹੋਵੇਗਾ। ਬਈ ਇੱਕ ਅਸੀਂ ਬਾਰ-ਬਾਰ ਉਸ ਪਦਵੀ ਦੀ ਗੱਲ ਕੀਤੀ ਜਾਂਦੀ ਹੈ, ਸਾਡਾ ਕਿਸੇ ਹੋਰ ਸਿੰਘ ਸਾਹਿਬ ਨਾਲ ਕੋਈ ਵਿਵਾਦ ਨਹੀਂ ਹੈ। ਅਸੀਂ ਉਸ ਪਦਵੀ ਦਾ ਸਤਿਕਾਰ ਕਰਦੇ ਹਾਂ, ਤਾਂ ਹੀ ਆਪਾਂ ਬਾਕੀ ਸਿੰਘ ਸਾਹਿਬਾਨਾਂ ਨੂੰ ਬਹੁਤ ਚੰਗੇ ਮੰਨਦੇ ਹਾਂ, ਕਿਉਂਕਿ ਉਹ ਚੰਗੇ ਨੇ, ਚੰਗੇ ਸੁਭਾਅ ਦੇ ਮਾਲਕ ਨੇ, ਉਹ ਚੰਗੇ ਨੇ। ਅਸੀਂ ਇਸ ਪਦਵੀ ਦਾ ਸਤਿਕਾਰ ਚਾਹੁੰਦੇ ਹਾਂ, ਤਾਂ ਹੀ ਆਪਾਂ ਕਹਿੰਦੇ ਹਾਂ ਵੀ ਜੇਕਰ ਪਦਵੀ ਤੇ ਕੋਈ ਗਲਤ ਮਾਨਸਿਕਤਾ ਵਾਲਾ ਬੰਦਾ ਬਹਿ ਗਿਆ ਹੈ ਤੇ ਆਪਾਂ ਉਹਨੂੰ ਵੀ ਸਹੀ ਕਿੱਦਾਂ ਕਵਾਂਗੇ। ਆਪਾਂ ਉਸ ਪਦਵੀ ਦਾ ਸਤਿਕਾਰ ਚਾਹੁੰਦੇ ਹਾਂ, ਇਸ ਵਾਸਤੇ ਤੇ ਉਸ ਬੰਦੇ ਦਾ ਵਿਰੋਧ ਕਰ ਰਹੇ ਹਾਂ, ਪਦਵੀ ਦਾ ਵਿਰੋਧ ਨਹੀਂ ਕਰ ਰਹੇ ਅਸੀਂ। ਲੇਕਿਨ ਤੁਹਾਡੇ ਵੱਲੋਂ ਬਾਰ-ਬਾਰ ਜਥੇਦਾਰ ਸਾਹਿਬ ਨੂੰ ਵੀ ਮਿਲਿਆ ਗਿਆ, ਇੱਕ ਵਾਰੀ ਮੰਗ ਪੱਤਰ ਵੀ ਦਿੱਤਾ ਗਿਆ, ਲੇਕਿਨ ਉਦੋਂ ਤੁਸੀਂ ਜੱਜ ਜ਼ਾਹਰ ਨਹੀਂ ਕੀਤਾ। ਲੇਕਿਨ ਅੱਜ ਕਿਆ ਲੱਗਦਾ ਬਿਲਕੁਲ ਅੰਤ ਹੋ ਗਿਆ, ਉਸ ਤੋਂ ਬਾਅਦ ਤੁਸੀਂ ਜਿਹੜਾ ਮੀਡੀਆ ਨੂੰ ਦੱਸ ਰਹੇ ਹੋ ਕਿ ਆਹ ਅਸੀਂ ਜਾਣਕਾਰੀ ਹੋਈਆਂ ਸੀ। ਬਾਰ-ਬਾਰ ਵੀਰ ਜੀ ਇਹੀ ਮੀਡੀਆ ਵਾਲਾ ਇਲਜ਼ਾਮ ਸਾਡੇ ਤੇ ਲਾਏ ਨਾ, ਮੀਡੀਆ ਨੂੰ ਦੱਸ ਰਹੇ। ਇਹ ਕਿਉਂ ਭੁੱਲ ਜਾਂਦੇ ਨੇ ਵੀ ਜਦੋਂ ਉਹ ਸ੍ਰੀ ਮੰਜੀ ਸਾਹਿਬ ਤੋਂ ਕਥਾ ਕਰਦੇ ਨੇ ਜਾਂ ਸ੍ਰੀ ਅਕਾਲ ਤਖਤ ਪਟਨਾ ਸਾਹਿਬ ਜੀ ਤੋਂ ਤਖਤ ਸਾਹਿਬ ਤੋਂ ਕਥਾ ਹੁੰਦੀ ਹੈ, ਉਹ ਸਾਰੀ ਮੀਡੀਆ ਦੇ ਮਾਧਿਅਮ ਰਾਹੀਂ ਜਾ ਰਹੀ ਹੁੰਦੀ ਸੰਗਤ ਕੋਲ, ਤੇ ਫਿਰ ਉਹ ਜੋ ਗੱਲਾਂ ਉਹ ਕਰ ਦਿੰਦੇ ਨੇ ਉਹ ਅੰਦਰ ਕਿੱਦਾਂ ਰਹਿ ਗਈਆਂ, ਉਹ ਵੀ ਤਾਂ ਬਾਹਰ ਜਾਂਦੀਆਂ ਨੇ ਸਭ ਤੋਂ ਪਹਿਲਾਂ। ਕਿਆ ਲੱਗਦਾ ਨਹੀਂ ਕਿ ਹਰਪ੍ਰੀਤ ਸਿੰਘ ਤੁਹਾਡਾ ਦੋਹਰਾ ਮਾਪਦੰਡ ਕਰ ਰਹੇ ਨੇ, ਕਿਉਂਕਿ ਇੱਕ ਬੰਦੇ ਤੁਹਾਨੂੰ ਕਹਿ ਰਹੇ ਨੇ ਕਿ ਮਿਲ ਕੇ ਤੁਹਾਨੂੰ ਵਿਚਾਰ ਕੀਤੇ ਜਾਣ, ਇੱਕ ਬੰਦੇ ਕੋਈ ਇਸ ਤਰ੍ਹਾਂ ਦਾ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਬਿਲਕੁਲ ਲੱਗਦਾ ਜੀ, ਲੱਗਦਾ। ਆਪਾਂ ਤਾਂ ਹੀ ਤੇ ਬੋਲ ਰਹੇ ਹਾਂ ਜੀ। ਬਈ ਭਾਈ ਸਾਹਿਬ ਨੇ ਦੱਸ ਦਿੱਤਾ ਵੀ ਜਿਸ ਦਿਨ ਚਿੱਠੀ ਦੇਣ ਗਏ ਸੀ, ਚਿੱਠੀ ਨਾ ਐਕਸੈਪਟ ਕਰਦੇ, ਉਸ ਦਿਨ ਕਹਿ ਦਿੰਦੇ ਵੀ ਮੈਂ ਕੁਝ ਨਹੀਂ ਕਰ ਸਕਦਾ। ਉਸ ਦਿਨ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਇਹਦਾ ਜਲਦੀ ਨਿਪਟਾਰਾ ਕਰਾਂਗੇ, ਤੇ ਜੇ ਦੁਬਾਰਾ ਗਏ ਆ ਤੇ ਫਿਰ ਉੱਥੋਂ ਦੋ ਟੁਕ ਜਵਾਬ ਦਿੱਤਾ ਜਾਂਦਾ ਵੀ ਮੈਂ ਕੁਝ ਕਰ ਨਹੀਂ ਸਕਦਾ। ਉਦੋਂ ਕਿਆ ਲੱਗਦਾ ਨਹੀਂ ਕਿ ਬਾਣੀ ਦੀ ਬੇਅਦਬੀ ਹੋ ਰਹੀ ਸਾਹਿਬ ਦੀ, ਕਿਉਂਕਿ ਅੱਗੇ ਹੀ ਸਿੱਖ ਕੌਮ ਜਿਹੜੀ ਹੈ ਬੜੀ ਦੋ ਫਾੜ ਆ, ਹੁਣ ਫਿਰ ਦੁਬਾਰਾ ਤੇ ਆ ਜੇ ਇਸ਼ੂ ਸਾਹਮਣੇ ਆ ਰਹੇ ਨੇ, ਚਾਹੇ ਉਹ ਤੁਹਾਨੂੰ ਮੰਦਭਾਗਾ ਕਿਹਾ ਜਾ ਰਿਹਾ ਜਾਂ ਕਿਹਾ ਜਾ ਰਿਕਸ਼ੇ ਚਲਾਏ ਜਾਣ, ਜਾਂ ਜੋ ਜਗਤਾਰ ਸਿੰਘ ਹੋਣਾ ਵੱਲੋਂ ਤੁਹਾਨੂੰ ਮੰਦਭਾਗੀ ਘਟਨਾ ਜਿਹੜੇ ਸ਼ਬਦਾਵਲੀ ਇਸਤੇਮਾਲ ਕੀਤੇ ਨੇ, ਕਿਆ ਲੱਗਦਾ ਨਹੀਂ ਕਿ ਕੌਮ ਦੋ ਪਾੜ ਹੋਣ ਦੀ ਵੀ ਕਗਾਰ ਚੱਲ ਸਕਦੀ, ਕਿਉਂਕਿ ਬਹੁਤ ਵੱਡਾ ਰੁਤਬਾ ਹੈ ਤੁਹਾਡਾ ਵੀ। ਸਾਨੂੰ ਇਸੇ ਗੱਲ ਦੀ ਫਿਕਰ ਹੈ ਵੀ ਜੀ, ਤਾਂ ਹੀ ਤੇ ਬੋਲ ਰਹੇ ਹਾਂ। ਚੁੱਪ ਰਹਿ ਕੇ ਆਪਾਂ ਵੀ ਤੇ ਚੁੱਪ ਰਹਿ ਸਕਦੇ ਹਾਂ ਨਾ, ਵੀ ਸਮਝੌਤਾ ਕਰ ਲਈਏ, ਤੇ ਫਿਰ ਬੋਲੇਗਾ ਕੌਣ? ਜੇ ਇਹਨਾਂ ਵੱਲੋਂ ਤੇ ਬੋਲਿਆ ਨਹੀਂ ਜਾ ਰਿਹਾ, ਫਿਰ ਆਪਾਂ ਬਾਰ-ਬਾਰ ਅੰਦਰ ਸ਼ਬਦ ਰੋਕ ਕੇ ਨਰਾਦਰੀ ਕੀਤੀ ਗਈ ਬਾਣੀ ਦੀ, ਤਾਂ ਹੀ ਤੇ ਬੋਲ ਰਹੇ ਹਾਂ। ਇਨ ਫਿਊਚਰ ਹੁਣ ਤੁਹਾਡਾ ਕੀ ਰਹੇਗਾ, ਤੁਸੀਂ ਪ੍ਰਧਾਨ ਹੋ, ਤੁਸੀਂ ਪ੍ਰੈਜ਼ੀਡੈਂਟ ਹੋ, ਕੀ ਫਿਊਚਰ ਹੈ? ਦੇਖੋ ਵੀਰ ਜੀ, ਆਪਾਂ ਜਿੰਨੀ ਵਾਰੀ ਵੀ ਤੁਹਾਡੇ ਸਾਹਮਣੇ ਆਉਂਦੇ ਹਾਂ, ਪਹਿਲਾਂ ਆਪਾਂ ਸਾਰੇ ਵੀਰ ਬਹਿੰਦੇ ਹਾਂ, ਗੁਰੂ ਮਤਾ ਕਰਦੇ ਹਾਂ, ਸਾਰਿਆਂ ਦੀ ਸਲਾਹ ਨਾਲ ਚੱਲਦੇ ਹਾਂ। ਇਨ ਫਿਊਚਰ ਵੀ ਆਪਾਂ ਸਾਰੇ ਵੀਰ, ਕਿਉਂਕਿ ਹੁਣ ਗੁਰਮਤਿ ਰਾਗੀ ਸਭਾ, ਕੀਰਤਨ ਸਭਾ ਜਿਹੜੀ ਲੁਧਿਆਣੇ ਤੋਂ, ਉਹ ਵੀ ਵੀਰ ਆਏ ਨੇ, ਇਹਨਾਂ ਨਾਲ ਵੀ ਆਪਾਂ ਹਰ ਗੱਲ ਵਿਚਾਰ ਕੇ ਤੇ ਅਗਲੀ ਗੱਲ ਸਟ੍ਰੈਟਜੀ ਜੋ ਵੀ ਹੋਗੀ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ। ਦੂਜੇ ਪਾਸੇ ਨੌਜਵਾਨ ਹਜੂਰੀ ਰਾਗੀਆਂ ਨੇ ਵੀ ਕਿਹਾ ਹੈ ਕਿ ਪਿਛਲੇ 2-3 ਸਾਲ ਤੋਂ ਉਹਨਾਂ ਨੂੰ ਵੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਨਹੀਂ ਕਰਨ ਦਿੱਤਾ ਜਾ ਰਿਹਾ। ਉਹ ਜਦੋਂ ਵੀ ਕੀਰਤਨ ਕਰਨ ਜਾਂਦੇ ਨੇ ਤਾਂ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਉਹਨਾਂ ਨੂੰ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ ਤੇ ਪ੍ਰਕਰਮਾ ਚੋਂ ਬੇਇੱਜ਼ਤ ਕਰਕੇ ਵਾਪਸ ਮੋੜਿਆ ਜਾ ਰਿਹਾ। ਤੇ ਸਮੇਂ-ਸਮੇਂ ਦੇ ਉਤੇ ਹੈੱਡ ਗ੍ਰੰਥੀ ਸਾਹਿਬ ਵੱਲੋਂ ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਟੌਰਚਰ ਕੀਤਾ ਜਾ ਰਿਹਾ ਹੈ, ਸਾਡੀ ਵੀ ਕੁਝ ਇਸੇ ਤਰ੍ਹਾਂ ਹੀ ਦੀ ਹਾਲਤ ਹੋਈ ਪਈ ਹੈ। ਪਿਛਲੇ 3 ਸਾਲ ਤੋਂ ਮੈਂ ਆਪਣੀ ਗੱਲ ਕਰਾਂ ਤੇ ਦਰਬਾਰ ਸਾਹਿਬ ਮੇਰੀ ਬਦਲੀ ਹੋਈ ਨੇ। 3 ਸਾਲਾਂ ਤੋਂ ਲੈ ਕੇ ਅੱਜ ਤੱਕ ਦਰਬਾਰ ਸਾਹਿਬ ਦੇ ਅੰਦਰ ਇੱਕ ਵੀ ਹਾਜ਼ਰੀ ਨਹੀਂ ਭਰਨ ਦਿੱਤੀ ਗਈ। ਠੀਕ ਹੈ ਜੀ। ਕੀ ਕਾਰਨ ਕੋਈ ਵੀ ਨਹੀਂ, ਸਾਨੂੰ ਖੁਦ ਨੂੰ ਨਹੀਂ ਪਤਾ ਲੱਗਾ ਵੀ ਹਜੇ ਤੱਕ ਕਾਰਨ ਕੀ ਹੈ। ਕਾਰਨ ਸਾਨੂੰ ਖੁਦ ਨੂੰ ਨਹੀਂ ਦੱਸਿਆ ਗਿਆ, ਔਰ ਸਮੇਂ-ਸਮੇਂ ਦੇ ਉੱਤੇ ਅਸੀਂ ਇਹਨਾਂ ਦੀ ਡਿਊਟੀ ਦੇ ਬਾਹਰ ਜਾ ਕੇ 2-2 ਘੰਟੇ ਖਲੋ ਕੇ ਆ ਜਾਂਦੇ ਨੇ, ਇਹ ਬੂਹਾ ਨਹੀਂ ਖੋਲ੍ਹਦੇ। ਅੱਗੋਂ ਪ੍ਰਕਰਮਾਂ ਦੇ ਵਿੱਚ ਸਾਨੂੰ ਧੱਕੇ ਮਾਰ ਦਿੱਤੇ ਜਾਂਦੇ ਨੇ। ਠੀਕ ਆ ਭਾਈ ਹਰਪਾਲ ਸਿੰਘ ਜੀ ਪਿਛਲੇ 20 ਸਾਲਾਂ ਤੋਂ ਕੀਰਤਨ ਕਰ ਰਹੇ ਨੇ, ਇਹਨਾਂ ਨੂੰ ਕਹਿ ਦਿੱਤਾ ਜਾਂਦਾ ਤੁਹਾਨੂੰ ਕੀਰਤਨ ਕਰਨਾ ਨਹੀਂ ਆਉਂਦਾ। ਅੱਜ ਭਾਈ ਸਤਨਾਮ ਸਿੰਘ ਜੀ ਬੈਂਕਾ ਜੀ, ਇਹਨਾਂ ਦੀ ਡਿਊਟੀ ਕੱਟੀ ਹੈ। ਭਾਈ ਗੁਰਜੀਤ ਸਿੰਘ, ਇਹ ਵੇਖੋ ਇਹਨਾਂ ਨੂੰ ਕੀਰਤਨ ਕਰਨ ਤੋਂ ਪਹਿਲਾਂ ਹੀ ਅੰਦਰ ਰੋਕਿਆ ਗਿਆ, ਪਹਿਲਾਂ ਹੀ ਅੰਦਰ 15 ਮਿੰਟ ਇਹਨਾਂ ਨੂੰ ਕੀਰਤਨ ਤੋਂ ਕਰਨ ਤੋਂ ਪਹਿਲਾਂ ਇਹਨਾਂ ਨੂੰ ਕਿਹਾ ਜਾਂਦਾ ਤੂੰ ਕਿੱਧਰ ਮੂੰਹ ਚੁੱਕ ਕੇ ਆ ਗਿਆ। ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾਂਦੀ ਹੈ। ਮੇਰੇ ਵਾਸਤੇ ਮੈਂ ਤੁਹਾਨੂੰ ਗੱਲ ਕੀਤਾ, ਮੈਂ ਕਿਹੜੇ ਤਰੀਕੇ ਨਾਲ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਤਰਲੇ ਮਾਰੇ, ਗੋਡੇ ਫੜੇ, ਪਰ ਨਹੀਂ ਡਿਊਟੀ ਦਿੱਤੀ ਗਈ। 2.5 ਸਾਲ 3 ਸਾਲ ਹੋ ਗਏ ਅਸੀਂ ਰੁਲਦੇ ਪਏ ਹਾਂ, ਸਾਨੂੰ ਕਿਤੇ ਇਨਸਾਫ ਨਹੀਂ ਮਿਲਿਆ। ਜੇ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਦੀਨਪੁਰ ਸਾਹਿਬ ਨੇ ਡਿਊਟੀ ਪਾ ਕੇ ਭੇਜਦੇ ਰਹੇ, ਇਹ ਸਾਡੀ ਵੇਟ ਡਿਊਟੀ ਕੱਟ ਦਿੱਤੀ। ਇਹ ਭਾਈ ਸਾਹਿਬ ਜੀ ਮੇਰੇ ਨਾਲ ਨੇ, 1992 ਦੀ ਭਰਤੀ ਹੈ ਜੀ। 1992 ਤੋਂ ਇਹ ਕੀਰਤਨ ਕਰਦੇ ਆ ਰਹੇ ਨੇ। ਦਰਬਾਰ ਸਾਹਿਬ ਅੰਦਰ ਕੀਰਤਨ ਕਰਦੇ ਨੇ, ਕੀਰਤਨ ਚੱਲਦਾ ਸ਼ਬਦ ਬੰਦ ਕਰਕੇ ਇਹਨਾਂ ਨੂੰ ਕਹਿੰਦੇ ਦੂਜਾ ਸ਼ਬਦ ਪੜ੍ਹ। ਦੂਜਾ ਸ਼ਬਦ ਪੜ੍ਹਿਆ, ਬਾਹਰ ਆ ਕੇ ਇਹਨਾਂ ਨੂੰ ਦਰਸ਼ਨੀ ਡੋੜੀ ਦੇ ਵਿੱਚ ਭਰੀ ਸਭਾ ਦੇ ਵਿੱਚ ਕਹਿੰਦੇ ਤੈਨੂੰ ਕਿਹੜੇ ਕੰਜਰ ਨੇ ਕੀਰਤਨ ਸਿਖਾਇਆ। ਦੱਸੋ, ਇਸ ਤਰ੍ਹਾਂ ਦੀ ਸ਼ਬਦਾਵਲੀ ਸਾਡੇ ਲਈ ਵਰਤੀ ਜਾਂਦੀ ਹੈ। 3-3 ਸਾਲ ਤੋਂ ਸਾਨੂੰ ਕੀਰਤਨ ਕਰਨ ਨਹੀਂ ਦਿੱਤਾ ਜਾਂਦਾ। ਅਸੀਂ ਵੀ ਹਰ ਰੋਜ਼ ਆਪਣਾ ਮਨ ਭਰ ਕੇ ਆ ਜਾਂਦੇ ਹਾਂ। ਸਾਨੂੰ ਵੀ ਕਿਦਨ ਗੁਰੂ ਰਾਮਦਾਸ ਜੀ ਆਪਣੇ ਚਰਨਾਂ ਵਿੱਚ ਬਾ ਕੇ ਕੀਰਤਨ ਕਰਾਉਣਗੇ। ਆਹ ਭਾਈ ਗੁਰਜੀਤ ਸਿੰਘ ਆ, ਜੇ ਇਹਨਾਂ ਨੇ ਆਵਾਜ਼ ਉਠਾਈ ਇਹਨਾਂ ਦੀ ਬਦਲੀ ਕਰਾ ਦਿੱਤੀ ਜਾਂਦੀ ਹੈ। ਆਹ ਭਾਈ ਹਰਪਾਲ ਸਿੰਘ ਜੀ ਆ,
20 ਸਾਲ ਤੋਂ ਕੀਰਤਨ ਕਰਦੇ ਪਏ ਨੇ। ਇਹਨਾਂ ਦੀ ਦਾੜੀ ਚਿੱਟੀ ਹੋ ਗਈ ਪਰ ਇਹਨਾਂ ਨੂੰ ਕੀਰਤਨ ਕੀਤਾ ਜਾਂਦਾ। ਇਹ ਭਾਈ ਸਤਨਾਮ ਸਿੰਘ ਜੀ ਬੈਂਕਾ ਦੁਖੀ ਹੋ ਕੇ ਸ਼ਹੀਦਾਂ ਸਾਹਿਬ ਬਦਲੀ ਕਰਾ ਗਏ ਨੇ ਪਰ ਇਹਨਾਂ ਨੂੰ ਕੀਰਤਨ ਨਹੀਂ ਕੀਤਾ ਜਾਂਦਾ। ਆਪਣਾ ਇਹਨਾਂ ਦਾ ਜਵਾਈ ਜਿਹਦੇ ਕੋਲ ਜਥੇਦਾਰੀ ਦਾ ਗ੍ਰੇਟ ਵੀ ਨਹੀਂ ਹੈਗਾ, ਤਬਲੇ ਵਾਲਾ ਹੋ ਕੇ ਅੰਦਰ ਕੀਰਤਨ ਕਰਦਾ ਪਿਆ ਹੈ। ਜਿਹੜੇ ਆ ਭਾਈ ਜਗਜੀਤ ਸਿੰਘ ਜੀ ਇੱਥੇ ਮੇਰੇ ਨਾਲ ਖਲੋਤੇ ਸੀ, ਭਾਈ ਜਗਜੀਤ ਸਿੰਘ ਜੀ ਜਿਨ੍ਹਾਂ ਦੇ ਨਾਲ ਉਹਦੇ ਆਰਡਰ ਸੀ, ਠੀਕ ਆ, ਭਾਈ ਜਗਜੀਤ ਸਿੰਘ ਦੇ ਨਾਲ ਤਬਲੇ ਤੇ ਡਿਊਟੀ ਕਰਦਾ ਸੀ। ਉਹਨੂੰ 3 ਸਾਲ ਹੋ ਗਏ, ਉਹਨੂੰ ਕੀਰਤਨ ਨਹੀਂ ਕੀਤਾ ਅੰਦਰ ਕੀਰਤਨ ਕਰਨ ਦਿੱਤਾ ਜਾਂਦਾ। ਤੇ ਉਹ ਆਪ ਉਹਨਾਂ ਦਾ ਜਿਹੜਾ ਤਬਲੇ ਵਾਲਾ ਹੈ, ਜਿਹੜਾ ਉਹਨਾਂ ਦਾ ਜਵਾਈ ਹੈ, ਉਹ ਜਦੋਂ ਮਰਜ਼ੀ ਜਿੰਨੀਆਂ ਮਰਜ਼ੀ ਟੀਵੀ ਵਾਲੀਆਂ ਡਿਊਟੀਆਂ ਕਰੀ ਜਾਵੇ। ਇਸ ਤਰ੍ਹਾਂ ਦਾ ਵਿਤਕਰਾ ਸਾਡੇ ਨਾਲ ਹੋ ਰਿਹਾ ਹੈ। ਕੀ ਲੱਗਦਾ ਨਹੀਂ ਹੁਣ ਤੁਸੀਂ ਆਵਾਜ਼ ਚੁੱਕਦੇ ਪਏ ਹੋ ਜਾਂ ਹੁਣ ਤੁਹਾਨੂੰ ਕਾਫੀ ਲੰਮੇ ਸਮੇਂ ਬਾਅਦ ਜਿਹੜਾ ਲੰਮਾ ਸਮਾਂ ਤੁਹਾਨੂੰ ਹੁਣ ਜਿਹੜਾ ਆ ਨਹੀਂ ਕੀਰਤਨ ਕਰ ਦਿੱਤਾ ਗਿਆ, ਹੁਣ ਤੁਸੀਂ ਆਵਾਜ਼ ਚੁੱਕਦੇ ਪਏ ਹੋ, ਕੀ ਲੱਗਦਾ ਨਹੀਂ ਦੁਬਾਰਾ ਤੁਹਾਡੇ ਤੇ ਕੋਈ ਗਾਜ ਸੁੱਟ ਸਕਦੇ ਕਿ ਨਹੀਂ, ਤੁਸੀਂ ਕਿਉਂ ਆਵਾਜ਼ ਚੁੱਕੀ ਹੈ ਦੁਬਾਰਾ ਤੋਂ? ਭਾਜੀ ਜੇ ਚੁੱਕ ਵੀ ਦੇਣਗੇ ਤੇ ਸਾਨੂੰ ਹੁਣ ਕੀ ਪ੍ਰੋਬਲਮ ਹੈ? ਅਸੀਂ ਤੇ ਅੱਗੇ ਰੁਲੇ ਪਏ ਆ, 2.5 ਸਾਲ ਹੋ ਗਏ ਆ, ਸਾਨੂੰ ਤੇ ਕੁਝ ਵੀ ਇਹਨਾਂ ਨੇ ਕੀਰਤਨ ਕਰਨ ਹੀ ਨਹੀਂ ਦਿੱਤਾ, ਠੀਕ ਹੈ ਨਾ। ਦੂਸਰੀ ਗੱਲ ਇਹ, ਜਦੋਂ ਅਸੀਂ ਟੈਸਟ ਦੇ ਕੇ 5 ਸਾਲ 10 ਸਾਲ, ਵੇਖੋ 5 ਸਾਲ ਮੈਂ ਬਾਬੇ ਬਕਾਲੇ ਸਾਹਿਬ ਸੇਵਾ ਕੀਤੀ, 2 ਸਾਲ ਤਰਨਤਾਰਨ ਸਾਹਿਬ ਡਿਊਟੀ ਕੀਤੀ, ਉਸ ਤੋਂ ਬਾਅਦ ਸ਼ਹੀਦਾਂ ਸਾਹਿਬ ਡਿਊਟੀ ਕੀਤੀ, ਫਿਰ ਅਸੀਂ ਇੱਕ ਪ੍ਰੋਸੀਜਰ ਰਾਹੀਂ ਅੰਦਰ ਆਏ। ਬਕਾਇਦਾ 10 ਸਾਲ ਸਾਰੇ ਜਥੇ ਅੰਦਰ ਆ ਰਹੇ। ਇੱਕ ਬੰਨੇ ਉਹ ਜਥੇਦਾਰ ਰਾਗੀ ਨੇ ਜਿਨ੍ਹਾਂ ਨੇ ਸਿੱਧਾ ਸਹਾਇਕ ਤਾਂ ਤਬਲੇ ਤੋਂ ਪ੍ਰਮੋਟ ਕਰਕੇ ਸਿੱਧਾ ਹੀ ਦਰਬਾਰ ਸਾਹਿਬ ਦੇ ਅੰਦਰ ਡਿਊਟੀ ਦੇ ਦਿੱਤੀ। ਕਿਉਂਕਿ ਉਹ ਇਹਨਾਂ ਦੇ ਗੋਡੇ ਘੁੱਟਦੇ ਨੇ, ਸਿੱਧੀ ਗੱਲ ਹੈ। ਕੀ ਲੱਗਦਾ ਹੁਣ ਕਿ ਜਿਹੜਾ ਯੁਵਾ ਪੀੜ੍ਹੀ ਆ ਜਿਹੜੀ ਕੀਰਤਨ ਕਰਨ ਵਾਸਤੇ ਅੱਗੇ ਪ੍ਰੇਰਿਤ ਹੁੰਦੀ ਸੀਗੀ, ਤੁਹਾਨੂੰ ਵੀ ਕਈ ਲੋਕ ਸੁਣਦੇ ਹੋਣਗੇ ਕਿ ਤੁਹਾਡੇ ਵੀ ਕੋਈ ਨਾ ਕੋਈ ਫੈਨ ਫੋਲੋਅਰ ਹੋਣਗੇ, ਤਾਂ ਲੱਗਦਾ ਵੀ ਹੁਣ ਉਹ ਲੋਕ ਪਿੱਛੇ ਹਟਣਾ ਇਸੇ ਕਰਕੇ? ਬਿਲਕੁਲ ਭਾਜੀ, ਬਿਲਕੁਲ। ਸਾਡਾ ਆਪਣਾ ਮੱਚ ਮਰ ਗਿਆ ਭਾਜੀ, ਸਾਡਾ ਆਪਣਾ ਮੱਚ ਮਰ ਗਿਆ। ਰੋਜ਼ ਤਰਸ ਕੇ, ਰੋਜ਼ ਦੂਸਰਿਆਂ ਨੂੰ ਵੇਖ ਕੇ, ਰੋ ਕੇ ਸਾਡਾ ਆਪਣੇ ਅਥਰੂ ਸੁੱਕ ਗਏ ਨੇ। ਸਾਡਾ ਦਿਲ ਨਹੀਂ ਕਰਦਾ ਕੀਰਤਨ ਕਰਨ ਨੂੰ। ਸਾਡਾ ਦਿਲ, ਅਸੀਂ ਆਪ ਸੋਚਦੇ ਹਾਂ ਅਸੀਂ ਕਿਹੜੀ ਲਾਈਨ 'ਚ ਪੈ ਗਏ। ਸਾਡੇ ਇੱਕ ਮੁੰਡਾ ਸੀਗਾ, ਮੈਨੂੰ ਚੇਤਾ ਆ ਗਿਆ, ਦਰਬਾਰ ਸਾਹਿਬ ਦੇ ਅੰਦਰ ਸਿਰਫ ਉਹਦੇ ਦਾੜੀ ਕੱਟ ਸੀ, ਠੀਕ ਆ, ਤੇ ਜਥੇਦਾਰ ਨੂੰ ਇਹ ਕਹਿ ਦਿੱਤਾ ਜਾਂਦਾ ਕਿਹੜੇ ਜਨਾਨੇ ਨੂੰ ਅੰਦਰ ਬਹਾ ਕੇ ਕੀਰਤਨ ਕਰਾ ਰਿਹਾ, ਸਿਰਫ ਉਹਦੇ ਦਾੜੀ ਕੱਟ ਸੀ, ਉਹਦੇ ਵਿੱਚ ਉਹਦਾ ਕੀ ਕਸੂਰ ਸੀ? ਤੇ ਹੁਣ ਤੁਹਾਡਾ ਇਨ ਫਿਊਚਰ ਕੀ ਰਹੇਗਾ? ਇਨ ਫਿਊਚਰ ਇਹ ਆ ਵੀ ਅਸੀਂ ਸੰਗਤਾਂ ਦੀ ਕਚਹਿਰੀ ਦੇ ਵਿੱਚ ਆਪਣੀ ਮੰਗ ਰੱਖੀ ਹੈ। ਅਸੀਂ ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰਕੇ ਤੁਰੇ ਹਾਂ, ਅਸੀਂ ਸੱਚੇ ਹਾਂ। ਜੇ ਅਸੀਂ ਝੂਠੇ ਹੋਵਾਂਗੇ, ਅਸੀਂ ਸਤਿਗੁਰੂ ਜੀ ਦੀ ਕਚਹਿਰੀ ਦੇ ਵਿੱਚ ਜਾ ਕੇ ਮਾਫੀ ਮੰਗਣ ਨੂੰ ਤਿਆਰ ਹਾਂ, ਪਰ ਸਾਨੂੰ ਪਤਾ ਹੈ ਅਸੀਂ ਸੱਚੇ ਹਾਂ। ਇਸ ਕਰਕੇ ਅਸੀਂ ਇਹ ਆਵਾਜ਼ ਨੂੰ ਚੁੱਕਿਆ ਆ। ਅੱਗੋਂ ਜੋ ਗੁਰੂ ਰਾਮਦਾਸ ਮਹਾਰਾਜ ਨੂੰ ਭਾਊਗਾ, ਉਹ ਜੋ ਸੰਗਤਾਂ ਸਾਡੇ ਨਾਲ ਨੇ, ਗੁਰੂ ਰਾਮਦਾਸ ਜੀ ਮਹਾਰਾਜ ਸਾਡੇ ਨਾਲ ਨੇ, ਇਸ ਕਰਕੇ ਅਸੀਂ ਸਭਾ ਦੇ ਨਾਲ ਰਲ ਕੇ ਇਹ ਉਪਰਾਲਾ ਕੀਤਾ ਹੈ। ਜੋ ਹੋਊਗਾ ਵੇਖੀ ਜਾਏ। ਇਹ ਕੋਈ ਇੱਕ ਦਿਨ ਦਾ ਕੰਮ ਨਹੀਂ। ਇਹਨਾਂ ਨੇ ਬਿਨ ਨਾਗੇ ਹਰ ਰੋਜ਼ ਹੀ ਰਾਗੀ ਸਿੰਘਾਂ ਨੂੰ ਟੋਕਦੇ ਸੀ। ਜਦੋਂ ਤੋਂ ਇਹ ਹੈੱਡ ਗ੍ਰੰਥੀ ਬਣੇ ਨੇ, ਉਸ ਤੋਂ ਬਾਅਦ ਇਹਨਾਂ ਨੇ ਮਤਲਬ ਟੋਕਾ ਟੋਕੀ ਸ਼ੁਰੂ ਕਰ ਦਿੱਤੀ, ਔਰ ਹਰੇਕ ਜਥੇ ਨੂੰ ਹੀ ਚੱਲਦਾ ਕੀਰਤਨ ਰੋਕ ਕੇ ਕਹਿੰਦੇ ਆਹ ਸ਼ਬਦ ਨਹੀਂ, ਆਹ ਸ਼ਬਦ ਪੜ੍ਹ। ਸਰ ਜੀ, ਹੈੱਡ ਗ੍ਰੰਥੀ ਵੀ ਕਹਿੰਦੇ ਕਿ ਰਾਗਾਂ ਦੇ ਵਿੱਚ ਕੀਰਤਨ ਨਹੀਂ ਕੀਤਾ ਜਾਂਦਾ। ਤੁਹਾਨੂੰ ਕੀ ਲੱਗਦਾ ਇਹ ਤੇ ਕਿਉਂ ਕਿੰਤੂ-ਪ੍ਰੰਤੂ ਹੁੰਦੀ ਆ? ਪਹਿਲੋਂ ਨਹੀਂ ਦੱਸਿਆ ਜਾਂਦਾ ਕਿਹੜੇ ਰਾਗ ਦਾ ਸਵੇਰ ਦੇ ਟਾਈਮ ਕੀਰਤਨ ਹੋਣਾ ਜਾਂ ਸ਼ਾਮ ਦੇ ਟਾਈਮ? ਕੀ ਤੁਹਾਨੂੰ ਸਿੱਖਿਆ ਪਹਿਲੋਂ ਨਹੀਂ ਮਿਲਦੀ? ਉਹ ਦਰਬਾਰ ਸਾਹਿਬ ਆਣ ਕੇ ਹੀ ਪੁੱਛ ਪੜਤਾਲ ਹੁੰਦੀ ਸਾਰੀ ਇਹ ਗੱਲ? ਭਾਈ ਸਾਹਿਬ ਜੀ, ਅਸੀਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਕਾਲਜ ਨੇ ਉੱਥੋਂ 3 ਸਾਲ ਦੀ ਵਿਦਿਆ ਪ੍ਰਾਪਤ ਕੀਤੀ ਹੋਈ ਆ, ਔਰ ਜੋ ਇਹਨਾਂ ਦਾ ਵਿਧਾਨ ਆ ਕਿ ਉੱਥੋਂ ਪੜ੍ਹਿਆ ਹੋਵੇ ਔਰ ਉਸ ਤੋਂ ਬਾਅਦ ਆਪਣਾ ਟੈਸਟ ਪਾਸ ਕੀਤਾ ਹੋਵੇ। ਟੈਸਟ ਵਿੱਚ ਬੜੇ ਸਤਿਕਾਰਯੋਗ ਪ੍ਰੋਫੈਸਰ ਕਰਤਾਰ ਸਿੰਘ ਜੀ ਹੋਣੀ, ਡਾਕਟਰ ਗੁਰਨਾਮ ਸਿੰਘ ਹੋਣੀ, ਨਿਰਮਲ ਸਿੰਘ ਖਾਲਸਾ ਜੀ ਹੋਣੀ, ਸਾਰੇ ਬੜੇ ਵਿਦਵਾਨ ਬੈਠਦੇ ਨੇ ਜਿਨ੍ਹਾਂ ਨੂੰ ਸੁਰ ਦੀ ਸਮਝ ਆ, ਜਿਨ੍ਹਾਂ ਨੂੰ ਰਾਗਾਂ ਬਾਰੇ ਪਤਾ। ਹੈੱਡ ਗ੍ਰੰਥੀ ਸਾਹਿਬ ਨੂੰ ਰਾਗਾਂ ਬਾਰੇ ਕੀ ਪਤਾ? ਉਹਨਾਂ ਨੂੰ ਬਾਣੀ ਬਾਰੇ ਪਤਾ ਆ, ਠੀਕ ਹੈ। ਉਹਨਾਂ ਨੂੰ ਕੀ ਪਤਾ ਕਿ ਵਾਜੇ ਵਿੱਚ ਕਿੰਨੀਆਂ ਸੁਰਾਂ ਹੁੰਦੀਆਂ, ਕਿੰਨੇ ਸਪਤਕ ਹੁੰਦੇ ਨੇ। ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਵਾਜੇ 'ਚ ਸਾ ਕਿਹੜਾ ਹੁੰਦਾ। ਖੇਮਾ ਕਰਨਾ, ਕਿਉਂਕਿ ਉਹਨਾਂ ਨੂੰ ਉਹਨਾਂ ਦਾ ਕੰਮ ਬਾਰੇ ਪਤਾ ਹੋਣਾ ਚਾਹੀਦਾ। ਸਾਨੂੰ ਸਾਡੇ ਕੰਮ ਬਾਰੇ ਪਤਾ ਹੈ। ਪਰ ਉਹ ਕਿੰਤੂ ਫਿਰ ਕਿਉਂ ਕਰਦੇ ਹੋ? ਕਿੰਤੂ ਇਹ ਹਉਮੈ ਤੋਂ ਬਿਨਾ, ਕੋਈ ਹੰਕਾਰ ਤੋਂ ਬਿਨਾ ਹੋਰ ਕੋਈ ਕੰਮ ਨਹੀਂ। ਉਹਨਾਂ ਦਾ ਜਵਾਈ ਆ ਜਿਹੜਾ, ਉਹਨੂੰ ਗਿਣਤੀ ਦੇ 5-6 ਰਾਗ ਆਉਂਦੇ ਆ। ਜੇ ਉਹਨਾਂ ਨੂੰ ਕਹਿੰਦੇ ਵੀ ਜੈਸਰੀ ਰਾਗ ਪੜੋ, ਉਹ ਧਨਾਸਰੀ ਦੇ ਵਿੱਚ ਜੈਸਰੀ ਰਾਗ, ਜਿਹੜੀ ਬਾਣੀ ਆ ਉਹ ਜੈਸਰੀ ਦੀ ਤੇ ਸੁਰਾਂ ਧਨਾਸਰੀ ਦੀਆਂ। ਇਹ ਕੋਈ ਤਰੀਕਾ ਤਾਂ ਨਹੀਂ ਨਾ, ਇਹ ਤਾਂ ਫਿਰ ਅਪਮਾਨ ਹੋ ਗਿਆ ਨਾ ਸੰਗੀਤ ਦਾ। ਪਰ ਕਈ ਵਾਰ ਗਲਤੀਆਂ ਤਾਂ ਕਿਸੇ ਵੀ ਹੋ ਸਕਦੀਆਂ ਵਾ। ਇੱਕ ਵਾਰੀ ਭਾਈ ਜਗਤਾਰ ਸਿੰਘ ਵੀ ਪਾਠ ਕਰਦੇ ਉੱਥੇ ਭੁੱਲ ਗਏ ਸੀ, ਕਿਉਂਕਿ ਗੁਰੂ ਸਾਹਿਬ ਦੀ ਹਜ਼ੂਰੀ 'ਚ ਗਲਤੀ ਤਾਂ ਕਿਤੇ ਵੀ ਹੋ ਸਕਦੀ ਹੈ। ਭਾਈ ਸਾਹਿਬ ਜੀ ਵੇਖੋ, 3-4 ਸਾਲ ਤੋਂ ਉਹਨਾਂ ਨੇ ਰਹਿਰਸ ਕਰਦਿਆਂ ਪਾਠ ਕਰਦਿਆਂ ਭੁੱਲ ਗਏ ਸੀ, ਹੈ ਨਾ। ਤੇ ਉਹਨਾਂ ਨੇ ਉਸ ਤੋਂ ਬਾਅਦ ਰਹਿਰਸ ਨਹੀਂ ਕੀਤੀ। ਉਹ 2018 ਦੇ ਵਿੱਚ ਫਤਿਹਗੜ੍ਹ ਸਾਹਿਬ ਦੀ ਜਿਹੜੀ ਸਭਾ ਹੁੰਦੀ ਉਹਦੇ ਵਿੱਚ ਸੋਹਿਲਾ ਸਾਹਿਬ ਕਰਦਿਆਂ ਭੁੱਲ ਗਏ ਸੀ। ਵੀਡੀਓ ਪਈਆਂ ਹੋਈਆਂ ਨੇ ਸਾਰੇ, ਆਪ ਉਹ ਭੁੱਲ ਜਾਂਦੇ ਨੇ। ਪਰ ਰਾਗੀ ਸਿੰਘ ਨੇ ਇੰਨੀ ਬਾਣੀ ਰੋਜ਼ ਇਕੱਠ ਕਰਕੇ ਪੜ੍ਹਦੇ ਨੇ, ਫਿਰ ਵੀ ਸਾਨੂੰ ਕਹਿੰਦੇ ਆਹ ਨਹੀਂ ਆਹ ਪੜ੍ਹੋ, ਆਹ ਨਹੀਂ ਆਹ ਪੜ੍ਹੋ। ਅਸੀਂ ਟੈਸਟ ਪਾਸ ਕਰਕੇ ਆਏ ਭਾਈ ਸਾਹਿਬ ਜੀ, 8-8 9-9 10-10 ਸਾਲ ਬਾਅਦ ਡਿਊਟੀਆਂ ਕਰਕੇ ਆਏ। ਔਰ ਜਿਹੜੇ ਇਹਨਾਂ ਦੇ ਚਮਚੇ ਨੇ, ਜਿਹੜੇ ਇਹਨਾਂ ਦੇ ਰਿਸ਼ਤੇਦਾਰ ਨੇ, ਉਹਨਾਂ ਨੂੰ ਸਿੱਧਾ ਹੀ ਅੰਦਰ PTC ਪੰਜਾਬੀ ਤੇ ਬਹਿ ਕੇ ਉਹ ਰਿਆਜ਼ ਕਰਦੇ ਨੇ, ਕੀਰਤਨ ਸਿੱਖਦੇ ਨੇ ਕਿੱਦਾਂ ਕਰੀਦਾ, TV ਤੇ ਬਹਿ ਕੇ। ਤੇ ਅਸੀਂ ਜਿਹੜੇ ਸਾਡੇ ਆ ਵੀਰ ਖਲੋਤੇ ਨੇ ਸਾਡੇ,
ਇਹਨਾਂ ਦੀਆਂ ਕਿੰਨੇ ਸਾਲਾਂ ਤੋਂ ਡਿਊਟੀਆਂ ਕੱਟੀਆਂ ਹੋਈਆਂ ਭਾਈ ਸਾਹਿਬ ਬਿਨਾਂ ਕਿਸੇ ਦੋਸਤ ਤੋਂ। ਤੁਹਾਡੀ ਡਿਊਟੀ ਕਿੰਨੇ ਚਿਰ ਤੋਂ ਕੱਟੀ ਹੋਈ ਆ? ਮੇਰੇ ਨਾਲ ਇਹ ਜਿਹੜਾ ਚੱਲ ਰਿਹਾ 2.5-3 ਸਾਲ ਤੋਂ ਚੱਲ ਰਿਹਾ। ਡਿਊਟੀ ਨਹੀਂ ਲੱਗੀ ਤੁਹਾਡੀ? ਉਸ ਤੋਂ ਬਾਅਦ ਲੱਗੀ ਸੀ 15-20 ਦਿਨ ਕੀਤੀ, ਫਿਰ ਇਹਨਾਂ ਨੇ ਮੇਰੇ ਨਾਲ ਕੀਤਾ ਇਦਾਂ ਤੇ ਕਹਿੰਦੇ ਵੀ ਮੇਰਾ ਤੁਸੀਂ ਕੀ ਕਰ ਲੋਗੇ, ਮੇਰਾ ਕੋਈ ਕੁਛ ਨਹੀਂ ਕਰ ਸਕਦਾ, ਜਾਓ ਜੋ ਕਰਨਾ ਕਰ ਲਓ। ਉਹਨਾਂ ਨੂੰ ਹੰਕਾਰ ਬਹੁਤ, ਹੈਡ ਗ੍ਰੰਥੀ ਸਾਹਿਬ, ਹਾਂਜੀ ਉਹਨਾਂ ਨੂੰ ਹੰਕਾਰ ਇੰਨਾ ਆ ਅਹੁਦੇ ਦਾ, ਔਰ ਗੱਲ ਬਾਰ-ਬਾਰ ਕਰਦੇ ਨੇ ਬਾਬਾ ਬੁੱਢਾ ਸਾਹਿਬ ਦੀ ਗੱਦੀ ਦੀ। ਬਾਬਾ ਬੁੱਢਾ ਸਾਹਿਬ ਜੀ ਨੇ ਕਿੱਥੇ ਇਤਿਹਾਸ ਦੇ ਵਿੱਚ ਲਿਖਿਆ ਕਿ ਰਾਗੀ ਸਿੰਘਾਂ ਨੂੰ ਗਾਲਾਂ ਕੱਢੀਆਂ ਨੇ? ਕਿਤੇ ਲਿਖਿਆ? ਘੋੜਿਆਂ ਦੀ ਲਿੱਦ ਚੁੱਕਦੇ ਰਹੇ ਨੇ। ਔਰ ਜਿੱਥੇ ਰਾਗੀ ਸਿੰਘ ਬੈਠਦੇ ਆ ਨਾ ਭਾਈ ਸਾਹਿਬ ਜੀ, ਉੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਹਿੰਦੇ ਰਹੇ ਨੇ। ਭਾਈ ਮਣੀ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਰਹੇ ਨੇ, ਉਹਨਾਂ ਨੇ ਬੰਦ ਕਟਵਾਇਆ। ਇੰਨੀ ਵੱਡੀ ਸ਼ਖਸੀਅਤ ਸੀ, ਕੋਈ ਅਹੁਦੇ ਤੇ ਬਹਿਣ ਦੇ ਨਾਲ ਕੋਈ ਬਾਬਾ ਬੁੱਢਾ ਜੀ ਨਹੀਂ ਬਣ ਜਾਂਦਾ। ਬਾਬਾ ਬੁੱਢਾ ਜੀ ਵਾਲੇ ਕੰਮ ਵੀ ਕਰਨੇ ਪੈਂਦੇ ਭਾਈ ਸਾਹਿਬ ਜੀ। ਪਰ ਹੁਣ ਜਿਹੜਾ ਫਿਰ ਵਿਵਾਦ ਉੱਠਿਆ ਵਾ ਹੈਡ ਗ੍ਰੰਥੀ ਸਾਹਿਬ ਦਾ, ਦੂਜੇ ਪਾਸੇ ਕੀਰਤਨੀ ਸਭਾ ਦਾ, ਕੀ ਲੱਗਦਾ ਤੁਹਾਨੂੰ ਅਕਾਲ ਤਖਤ ਸਾਹਿਬ ਤੇ ਪਹੁੰਚਿਆ ਵਾ, ਅਜੇ ਤੱਕ ਵਿਵਾਦ ਹੱਲ ਨਹੀਂ ਹੋ ਰਿਹਾ? ਬਹੁਤ ਜਣਿਆਂ ਦੀਆਂ ਤੁਸੀਂ ਤੁਹਾਡੀਆਂ ਡਿਊਟੀਆਂ ਕੱਟੀਆਂ, ਹੋਰ ਵੀ ਵੀਰ ਤੁਹਾਡੇ ਨਾਲ ਜਿਹੜੇ ਡਿਊਟੀਆਂ ਕੱਟੀਆਂ ਗਈਆਂ, ਆਉਣ ਵਾਲੇ ਸਮੇਂ ਦਾ ਅਕਾਲ ਤਖਤ ਸਾਹਿਬ ਤੋਂ ਕੀ ਉਮੀਦ ਰੱਖਦੇ ਆ? ਅਕਾਲ ਤਖਤ ਸਾਹਿਬ ਵੇਖੋ ਸਾਡੇ ਸਿੱਖਾਂ ਦੀ ਸਰਵਉੱਚ ਅਦਾਲਤ ਆ, ਅਸੀਂ ਤਖਤ ਤੇ ਕੋਈ ਟਿੱਪਣੀ ਨਹੀਂ ਕਰ ਸਕਦੇ, ਪਰ ਚਲੋ ਪੋਲੀਟੀਕਲ ਪ੍ਰੈਸ਼ਰ ਹੋ ਸਕਦਾ ਜਾਂ ਹੋਰ ਕੋਈ ਕਾਰਨ ਹੋ ਸਕਦਾ ਜਿਹਨਾਂ ਦੀ ਆਪਸ 'ਚ ਭਾਈਬੰਦੀ ਹੋ ਸਕਦੀ ਆ, ਜਿਹਦੇ ਕਰਕੇ ਉਹ ਸਾਡੀ ਗੱਲ ਨਹੀਂ ਸੁਣਦੇ। ਉਹਨਾਂ ਨੂੰ ਇੱਕ ਬੰਦਾ ਸਹੀ ਲੱਗਦਾ ਆ, 100 ਕੀਰਤਨੀਆਂ ਸਹੀ ਨਹੀਂ ਲੱਗਦਾ, ਇੱਕ ਬੰਦਾ ਸਹੀ ਲੱਗਦਾ ਵੀ ਇਹ ਬੰਦਾ ਸਹੀ ਆ। ਉਹ ਮੰਜੀ ਸਾਹਿਬ ਤੋਂ ਕਥਾ ਕਰਦਾ, ਕਦੀ ਰਾਗੀ ਸਿੰਘਾਂ ਨੂੰ ਊਲ ਜਲੂਲ ਬਾਣੀ, ਕਦੀ ਇੱਥੋਂ ਤੱਕ ਕਿ ਰਜਿਸਟਰ ਤਾਬਿਆ ਮੰਗਾ ਕੇ ਰਜਿਸਟਰ ਨੂੰ ਗੰਦੇ ਮੰਦੇ ਹੱਥ ਲੱਗਦੇ। ਹਰ ਰਾਗੀ ਸਿੰਘ ਰੋਜ਼ ਆ ਕੇ ਹਾਜ਼ਰੀ ਲਾਉਂਦਾ, ਜਦੋਂ ਤਨਖਾਹ ਪਾਉਂਦੀ ਉਦੋਂ ਦਫ਼ਤਰ 'ਚ ਜਾਂਦਾ। ਇਹ ਤਾਬਿਆ ਬੁਲਾ ਕੇ ਲਿਆ ਕੇ ਮੰਗਵਾ ਕੇ ਰਜਿਸਟਰ ਉਹਨੂੰ ਜਿਹੜੇ ਗੰਦੇ ਹੱਥਾਂ ਨਾਲ ਲੱਗੇ ਹੁੰਦੇ ਆ ਰਜਿਸਟਰ ਨੂੰ, ਉੱਥੇ ਉਹਨੂੰ ਕੁਐਸਚਨ ਮਾਰਕ ਲਾਉਂਦੇ ਆ, ਉਸੇ ਹੱਥਾਂ ਨਾਲ ਚੋਰ ਸਾਹਿਬ ਫੜ ਲੈਂਦੇ। ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਜੇ ਗੱਲ ਤੱਤ ਦੀ ਕੀਤੀ ਜਾਵੇ ਤੇ ਇਹਨਾਂ ਵਾਸਤੇ ਕੋਈ ਕਾਇਦੇ ਕਾਨੂੰਨ ਨਹੀਂ। ਪ੍ਰਕਾਸ਼ ਇਹ ਨਾ ਕਰਨ, ਸੁਖਿਆਸਨ ਇਹ ਨਾ ਕਰਨ, ਹੁਕਮਨਾਮਾ ਸਾਹਿਬ ਇਹ ਨਹੀਂ ਲੈਂਦੇ, ਰਹਿਰਸ ਇਹ ਨਾ ਕਰਨ, ਇਹ ਦਬਕੇ ਮਾਰਨ ਨੂੰ ਰੱਖੇ ਨੇ। ਜੇ ਮਤਲਬ ਰਾਗੀ ਸਿੰਘਾਂ ਕੋਈ ਗਲਤੀ ਹੁੰਦੀ ਆ, ਰਾਗੀ ਸਿੰਘ ਵੀ ਬੱਚੇ ਨੇ, ਸਾਨੂੰ ਕਲਾਵੇ 'ਚ ਲਿਆ ਕੇ ਪਿਆਰ ਨਾ ਕਹਿਣ, ਇਹ ਨਹੀਂ ਕਿ ਡਿਊਟੀ ਕੱਢ ਦਿੱਤੀ ਜਾ। ਗਿਆ ਵਾ ਅਕਾਲ ਤਖਤ ਸਾਹਿਬ ਤੋਂ ਕੀ ਉਮੀਦ ਰੱਖਦੇ ਆ? ਕਿਉਂਕਿ ਉੱਥੇ ਕਿਸੇ ਨਾ ਕਿਸੇ ਜਥੇਦਾਰ ਨੇ ਜਿੰਨਾ ਵੀ ਹੋਣਾ ਵਾ, ਅਕਾਲ ਤਖਤ ਸਾਹਿਬ ਸੁਪਰੀਮ ਪਾਵਰ ਮੰਨਦੇ ਆ, ਹਰ ਸਿੱਖ ਮੰਨਦਾ। ਕੀ ਮੈਸੇਜ ਦੇਣਾ ਚਾਹੋਗੇ ਸਿੰਘ ਸਾਹਿਬ ਨੂੰ? ਕੀ ਕਹਿਣਾ ਚਾਹੋਗੇ ਕਿ ਤੁਹਾਡੀ ਵੀ ਸੁਣੀ ਜਾਵੇ, ਸਿੰਘ ਸਾਹਿਬ ਨੂੰ ਬਿਠਾਲਿਆ ਜਾਵੇ ਨਾਲ, ਜਿਹਦੇ ਨਾਲ ਕਿ ਸਾਰੇ ਨਾਲ ਮਿਲ ਕੇ ਇੱਕ ਪਰਿਵਾਰ ਤੌਰ ਤੇ ਇਹ ਸਾਰੀਆਂ ਸਮਾਵਾਂ ਹੋਣ? ਅਸੀਂ ਤਾਂ ਭਾਈ ਸਾਹਿਬ ਦੇ ਪਿਛਲੇ 1 ਮਹੀਨੇ ਤੋਂ ਤਕਰੀਬਨ ਬੇਨਤੀਆਂ ਹੀ ਕਰ ਰਹੇ ਹਾਂ। ਪਿਛਲੇ ਮਹੀਨੇ ਦੀ 4 ਤਰੀਕ ਤੋਂ ਅਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਮਸਲਾ ਲੈ ਕੇ ਗਏ ਸੀ। ਅਸੀਂ ਚਾਹੁੰਦੇ ਹਾਂ ਕਿ ਸਾਡਾ ਪਰਿਵਾਰ ਹੈ, ਪਰ ਜਦੋਂ ਸਾਡੀ ਗੱਲ ਨਹੀਂ ਸੁਣੀ ਜਾ ਰਹੀ, ਫਿਰ ਅਸੀਂ ਸੰਗਤ ਦੇ ਸਾਹਮਣੇ ਪੱਖ ਰੱਖਾਂਗੇ ਨਾ। ਇਹ ਗੱਲ ਦਾ ਮੁੱਦਾ ਬਣਾ ਰਹੇ ਨੇ ਰਾਗਾਂ ਦਾ, ਵੀ ਰਾਗ ਨਹੀਂ ਪੜ੍ਹਦੇ। ਸਾਰੇ ਵਿਦਿਆ ਕਰ ਪੜ੍ਹ ਕੇ ਆਏ ਨੇ ਭਾਈ ਸਾਹਿਬ ਜੀ, ਇਹਨਾਂ ਨੂੰ ਰਾਗਾਂ ਬਾਰੇ ਕੀ ਪਤਾ? ਸਿੰਘ ਸਾਹਿਬ ਜੀ ਨੂੰ ਪਤਾ ਕਿ ਰਾਗ ਕੀ ਹੁੰਦੇ ਨੇ, ਉਹਨਾਂ ਨੂੰ ਬਾਣੀ ਬਾਰੇ ਪਤਾ ਹੈ। ਮੈਂ ਭਾਈ ਸਾਹਿਬ ਜੀ ਪਹਿਲਾਂ ਵੀ ਦੱਸਿਆ, ਇਸ ਕਰਕੇ ਕੋਈ ਐਸਾ ਮੁੱਦਾ ਨਹੀਂ ਆ। ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਨਹੀਂ ਕਿਹਾ, ਜਥੇਦਾਰ ਸਾਹਿਬ ਉਹਨਾਂ ਨੂੰ, ਕਿ ਇਹਨਾਂ ਨੂੰ ਛੇਕ ਦਿਓ ਜਾਂ ਕੋਈ ਇਦਾਂ ਦੀ ਗੱਲ। ਅਸੀਂ ਤਾਂ ਕਹਿੰਦੇ ਸਾਨੂੰ ਬਿਠਾ ਕੇ ਆਪਸ ਦੇ ਵਿੱਚ ਸਾਡਾ ਮਸਲਾ ਜਿਹੜਾ ਸੁਲਝਾਇਆ ਜਾਵੇ। ਕਿਸੇ ਨੂੰ ਤਾਂ ਭਾਈ ਲੱਦਾ ਬਣਨਾ ਹੀ ਪਏਗਾ ਜੀ। ਜੇ ਹਰ ਕੋਈ ਬੰਦਾ ਇਦਾਂ ਤਮਾਸ਼ਾ ਦੇਖੇਗਾ ਨਾ, ਤੇ ਗੱਲ ਵੱਧਦੀ ਬਹੁਤ ਵਧੇਗੀ। ਅਸੀਂ ਆਪਣੇ ਸਤਿਕਾਰ ਦੀ ਮੰਗ ਕਰ ਰਹੇ ਹਾਂ। ਅਸੀਂ ਕੁਛ ਨਹੀਂ ਮੰਗ ਰਹੇ ਵੀ ਸਾਨੂੰ ਪ੍ਰਕਰਮਾ ਦੇ ਦਿਓ ਜਾਂ ਕੋਈ ਚੀਜ਼ ਦੇ ਦਿਓ। ਦਰਬਾਰ ਸਾਹਿਬ ਆ, ਸਾਰਿਆਂ ਦਾ ਸਾਂਝਾ ਹੈ, ਕਿਸੇ ਦੀ ਨਿੱਜੀ ਜਗੀਰ ਨਹੀਂ ਆ ਕਿ ਉਹਦਾ ਜਿਹਦਾ ਦਿਲ ਕਰਦਾ ਕਿ ਡਿਊਟੀ ਕੱਟ ਦਿਓ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅਸੀਂ ਸਾਰੇ ਉਹਨਾਂ ਦੇ ਬੱਚੇ ਆ, ਉਹ ਸਾਡੇ ਸਤਿਕਾਰਯੋਗ ਨੇ, ਪਰ ਸਤਿਕਾਰ ਕਰਵਾਉਣਾ ਉਹਨਾਂ ਦਾ ਆਪਣਾ ਫਰਜ਼ ਆ ਕਿ ਕਿਸ ਤਰ੍ਹਾਂ ਸਤਿਕਾਰ ਕਰਾਉਣਾ। ਗੱਲ ਵਿੱਚ ਲੈ ਕੇ ਬੱਚਿਆਂ ਨੂੰ ਪਿਆਰ ਨਾਲ ਸਮਝਾਇਆ, ਬੇਟਾ ਇਦਾਂ ਨਹੀਂ ਇਦਾਂ। ਅਸੀਂ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਹਾਂ, ਪਰ ਉਹ ਗਾਲਾਂ ਕੱਢਦੇ ਨੇ, ਧੱਕੇ ਮਾਰਦੇ ਨੇ। ਸੋ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ, ਜਿਸ ਤੇ ਜਥੇਦਾਰ ਅਕਾਲ ਤਖਤ ਨੂੰ ਧਿਆਨ ਦੇਣ ਦੀ ਲੋੜ ਹੈ। ਗੁਰੂ ਘਰ ਦੇ ਕੀਰਤਨੀਆਂ ਨਾਲ ਜੇਕਰ ਇਹ ਸਾਰਾ ਕੁਝ ਹੋਵੇਗਾ ਤਾਂ ਫਿਰ ਹੋਰ ਇਸ ਤੋਂ ਵੱਡੀ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ, ਸੁਰਖਾਬ ਟੀਵੀ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ ਟੀਵੀ। ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ। ਡਿਊਟੀਆਂ ਛੁੱਟ ਜਾਣ, ਅਸੀਂ ਛੱਡਾਂਗੇ ਨਹੀਂ। ਉਂਝ ਆਪ ਨਹੀਂ ਕਵਾਂਗੇ ਤੁਸੀਂ ਨਹੀਂ ਕੀਰਤਨ ਕਰਦੇ, ਪਤਾ ਇਹਨਾਂ ਸਾਨੂੰ ਕੀ ਕਹਿਣਾ, ਇਹ ਜੀ ਸੱਤੇ ਬਲਵੰਡੇ ਵਾਲੇ ਹਾਲਤ ਹੋ ਗਈ। ਰਣਜੀਤ ਸਿੰਘ ਜੀ ਗੌਰ ਨੇ, ਉਹਨਾਂ ਨੇ ਰਾਖੀ ਨੂੰ ਰਿਕਸ਼ਾ ਚਲਾਉਣ ਤੱਕ ਦੀ ਵੀ ਨਸੀਹਤ ਦੇ ਛੱਡੀ, ਜੇ ਤੁਹਾਡੇ ਕੋਲ ਕੀਰਤਨ ਨਹੀਂ ਹੁੰਦਾ ਤੇ। ਔਰ ਸਮੇਂ-ਸਮੇਂ ਦੇ ਉੱਤੇ ਅਸੀਂ ਇਹਨਾਂ ਦੀ ਡਿਊਟੀ ਦੇ ਬਾਹਰ ਜਾ ਕੇ 2-2 ਘੰਟੇ ਖਲੋ ਕੇ ਆ ਜਾਂਦੇ ਨੇ, ਇਹ ਬੂਹਾ ਨਹੀਂ ਖੋਲਦੇ। ਅਸੀਂ ਜੇ ਉਹਨਾਂ ਰਿਕਸ਼ੇ ਸਾਨੂੰ ਫੜਾ ਹੀ ਦਿੱਤੇ ਆ ਤੇ ਜਾਓ, ਅਸੀਂ ਰਿਕਸ਼ੇ ਟਾਂਗੇ ਵਾ ਕੇ ਗੁਜ਼ਾਰਾ ਕਰ ਲਾਂਗੇ। ਅਸੀਂ ਇਹਨਾਂ ਦੀ ਨੀਂਦ ਨਹੀਂ ਜੇ ਮੰਨਣੀ। ਤੇ ਅੱਜ ਜਿੰਨੇ ਵੀ ਕਥਾ ਕਰਦੇ ਨੇ ਹੈਡ ਗ੍ਰੰਥੀ ਜਾਂ ਜਿੰਨੇ ਵੀ ਇਹ ਉੱਥੇ ਬੈਠ ਕੇ ਕਰਦੇ ਨੇ, ਇਹ ਪੀੜੇ ਦੇ ਉੱਤੇ ਚੜੇ ਹੁੰਦੇ ਨੇ, ਪੀੜੇ ਥੱਲੇ ਪਰਚੀਆਂ ਰੱਖੀਆਂ ਹੁੰਦੀਆਂ ਨੇ।
1992 ਤੋਂ ਇਹ ਕੀਰਤਨ ਕਰਦੇ ਆ ਰਹੇ ਨੇ। ਦਰਬਾਰ ਸਾਹਿਬ ਅੰਦਰ ਕੀਰਤਨ ਕਰਦੇ ਨੇ, ਕੀਰਤਨ ਚੱਲਦਾ ਸ਼ਬਦ ਬੰਦ ਕਰਕੇ ਇਹਨਾਂ ਨੂੰ ਕਹਿੰਦੇ ਦੂਜਾ ਸ਼ਬਦ ਪੜ੍ਹ। ਦੂਜਾ ਸ਼ਬਦ ਪੜਿਆ, ਬਾਹਰ ਆ ਕੇ ਇਹਨਾਂ ਨੂੰ ਦਰਸ਼ਨੀ ਡੋੜੀ ਦੇ ਵਿੱਚ ਭਰੀ ਸਭਾ ਦੇ ਵਿੱਚ ਕਹਿੰਦੇ ਤੈਨੂੰ ਕਿਹੜੇ ਕੰਜਰ ਨੇ ਕੀਰਤਨ ਸਿਖਾਇਆ। ਹੈੱਡ ਗ੍ਰੰਥੀ ਹੋਵੇ ਜਾਂ ਗ੍ਰੰਥੀ ਹੋਵੇ ਜਾਂ ਜਹੇਦਾਰ ਹੋਵੇ, ਆਪਾਂ ਇਦਾਂ ਕਰੀਏ ਤੇ ਉਹ ਅੱਗੋਂ ਸਾਨੂੰ ਕੋਈ ਇਨਸਾਫ ਨਾ ਦੇਣ, ਰਸਨਾ ਵੀ ਮਾੜੀ ਕਰਨ, ਫਿਰ ਅਸੀਂ ਮੱਥੇ ਟੇਕ ਲਾਂਗੇ। ਗੱਲ ਬਾਰ-ਬਾਰ ਕਰਦੇ ਨੇ ਬਾਬਾ ਬੁੱਢਾ ਸਾਹਿਬ ਦੀ ਗੱਦੀ ਦੀ। ਬਾਬਾ ਬੁੱਢਾ ਸਾਹਿਬ ਜੀ ਨੇ ਕਿੱਥੇ ਇਤਿਹਾਸ ਦੇ ਵਿੱਚ ਲਿਖਿਆ ਕਿ ਰਾਗੀ ਸਿੰਘਾਂ ਨੂੰ ਗਾਲਾਂ ਕੱਢੀਆਂ ਨੇ? ਕਿਤੇ ਲਿਖਿਆ ਕੋਈ ਉਹਦੇ ਤੇ ਬਹਿਣ ਦੇ ਨਾਲ ਕੋਈ ਬਾਬਾ ਬੁੱਢਾ ਜੀ ਨਹੀਂ ਬਣ ਜਾਂਦਾ। ਬਾਬਾ ਬੁੱਢਾ ਜੀ ਵਾਲੇ ਕੰਮ ਵੀ ਕਰਨੇ ਪੈਂਦੇ। ਹਰਿਮੰਦਰ ਸਾਹਿਬ ਦਾ ਚੱਲਦਾ ਕੀਰਤਨ ਰੋਕ ਕੇ ਅਪਮਾਨ ਕੀਤਾ ਕਈ ਵਾਰ, ਜਿਹੜਾ ਨੈਟ ਤੇ ਮੌਜੂਦ ਹੈ, ਮੈਂ ਕੋਈ ਝੂਠ ਨਹੀਂ ਬੋਲਿਆ। ਫਿਰ ਉਹਨਾਂ ਨੇ ਰਾਗੀ ਸਿੰਘਾਂ ਨੂੰ ਊਲ ਜਲੂਲ ਬਾਣੀ ਕਹਿ ਕੇ ਕਈ ਵਾਰ ਉੱਥੋਂ ਅਪਮਾਨ ਕੀਤਾ। ਆਪਣਾ ਇਹਨਾਂ ਦਾ ਜਵਾਈ ਜਿਹਦੇ ਕੋਲ ਜਥੇਦਾਰੀ ਦਾ ਗ੍ਰੇਟ ਵੀ ਨਹੀਂ ਹੈਗਾ, ਤਬਲੇ ਵਾਲਾ ਹੋ ਕੇ ਅੰਦਰ ਕੀਰਤਨ ਕਰਦਾ ਪਿਆ ਹੈ। ਇੱਕ ਵਾਰ ਵੀ ਆਣ ਕੇ ਮੀਡੀਆ ਸਾਹਮਣੇ ਉਹ ਬੋਲਿਆ ਕਿ ਮੈਂ ਸੱਚਾ ਵਾਂ? ਇੱਕ ਵਾਰ ਮੀਡੀਆ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਨਹੀਂ ਦਿੰਦੇ ਜਵਾਬ ਦੇਣ? ਅਗਰ ਅਸੀਂ ਝੂਠੇ ਆ ਨਾ, ਸਾਨੂੰ ਸਜ਼ਾ ਲਾ ਦਿਓ। ਸਾਡੇ ਇੱਕ ਮੁੰਡਾ ਸੀਗਾ, ਮੈਨੂੰ ਚੇਤਾ ਆ ਗਿਆ, ਦਰਬਾਰ ਸਾਹਿਬ ਦੇ ਅੰਦਰ ਸਿਰਫ ਉਹਦੇ ਦਾੜੀ ਕੱਟ ਸੀ, ਠੀਕ ਆ, ਤੇ ਜਥੇਦਾਰ ਨੂੰ ਇਹ ਕਹਿ ਦਿੱਤਾ ਜਾਂਦਾ ਕਿਹੜੇ ਜਨਾਨੇ ਨੂੰ ਅੰਦਰ ਬਾ ਕੇ ਕੀਰਤਨ ਕਰਾ ਰਿਹਾ। ਹੈੱਡ ਗ੍ਰੰਥੀ ਜਗਤਾਰ ਸਿੰਘ ਨੇ ਝੋਲੀਆਂ ਚੈੱਕ ਕੀਤੀਆਂ ਵੀ ਵੇਖ ਕੇ ਆਓ ਇਹਨਾਂ ਦਾ ਕੋਈ ਫੋਨ ਤਾਂ ਨਹੀਂ ਰੱਖਿਆ ਵਿੱਚ। ਸਾਡੇ ਰਾਗੀ ਸਿੰਘਾਂ ਦੀਆਂ ਪ੍ਰਕਰਮਾਂ 'ਚ ਦਾੜੀਆਂ ਚੈੱਕ ਕੀਤੀਆਂ ਜਾਂਦੀਆਂ। ਸਾਡੇ ਬੱਚੇ ਕਹਿਣ ਲੱਗਣੇ ਪਾਪਾ ਕਿਹੜੇ ਕੰਮ 'ਚ ਪੈ ਗਏ ਸੀ ਤੁਸੀਂ? ਇੰਨੀ ਬੇਇੱਜ਼ਤੀ।